Good evening, everyone. I welcome you all in another lecture organized by the Center for Diaspora Studies, Punjab University. Today, we have with us Professor Nadia Singh. The topic of our talk today is greenwashing or green agriculture, farmers' struggles amidst the global ecological crisis. I welcome Professor Nadia Singh, Professor Arvind, Vice Chancellor, Punjab University, and Professor Gurmukh Singh, Director, Center for Diaspora Studies, Punjab University, and all those who have been listening to us on our YouTube channel. Now, I would like to invite Professor Gurmukh to formally welcome and introduce our speaker. Professor Gurmukh. शुक्रिया धर्मजीत। बहुत ही सत्कारयोग प्रोफैसर अरविंद, वाइस चांसलर पंजाब यूनिवर्सिटी पटियाला, ਡਾਕਟਰ ਨਾਦੀਆ। ਹੁਣੇ ਉਹਨਾਂ ਨਾਲ ਬਹੁਤ ਵਧੀਆ ਗੱਲਾਂ ਹੋਈਆਂ ਨੇ। ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਸਵਾਗਤ ਕਰਦਾ ਕਿ ਉਹਨਾਂ ਨੇ ਸਾਡੇ ਲੈਕਚਰ ਦਾ ਸੱਦਾ ਪ੍ਰਵਾਨ ਕੀਤਾ ਤੇ ਵਕਤ ਕੱਢਿਆ, ਤੇ ਜਿਸ ਮੁੱਦੇ ਤੇ ਅੱਜ ਉਹਨਾਂ ਨੇ ਬੋਲਣਾ ਉਹ ਵੀ ਬਹੁਤ ਇੰਪੋਰਟੈਂਟ ਆ ਕਿ ਅਸੀਂ ਐਗਰੀਕਲਚਰ ਦੇ ਮਾਮਲੇ ਦੇ ਵਿੱਚ ਕਈ ਪੜਾਵਾਂ ਦੇ ਵਿੱਚੋਂ ਲੰਘਦੇ ਹੋਏ ਹੁਣ ਜਿਸ ਪੜਾਅ ਤੇ ਖੜੇ ਆ ਉੱਥੇ ਬਹੁਤ ਗੰਭੀਰ ਚੁਣੌਤੀਆਂ ਨੇ। ਇੱਕ ਦੌਰ ਸੀ ਜਦੋਂ ਇੰਡਸਟਰੀਅਲ ਐਗਰੀਕਲਚਰ ਨੂੰ ਬਹੁਤ ਇੰਪੋਰਟੈਂਟ ਸਮਝਿਆ ਗਿਆ, ਪਰ ਫਿਰ ਉਹਦੇ ਵੀ ਬਹੁਤ ਬੁਰੇ ਨਤੀਜੇ, ਕਿਤੇ ਚੰਗੇ ਵੀ ਆਏ ਪਰ ਨਾਲ ਦੀ ਨਾਲ ਬੁਰੇ ਨਤੀਜੇ ਵੀ ਸਾਡੇ ਸਾਹਮਣੇ ਆਉਣੇ ਸ਼ੁਰੂ ਹੋ ਗਏ। ਤੇ ਫਿਰ ਹੌਲੀ ਹੌਲੀ ਜਦੋਂ ਕਿਸਾਨੀ ਸੰਘਰਸ਼ ਆਇਆ ਤੇ ਫਿਰ ਹੋਰ ਮੁੱਦੇ ਸਾਡੇ ਸਾਹਮਣੇ ਆਏ ਤੇ ਬਦਲਵੇਂ ਪ੍ਰਬੰਧ ਦੀ ਗੱਲ ਹੋਣੀ ਸ਼ੁਰੂ ਹੋਈ ਕਿ ਖੇਤੀ ਦਾ, ਐਗਰੀਕਲਚਰ ਦਾ ਕੋਈ ਇਸ ਤਰ੍ਹਾਂ ਦਾ ਸਿਸਟਮ ਇਜਾਦ ਕੀਤਾ ਜਾ ਸਕਦਾ ਜਿਹਦੇ ਨਾਲ ਵਾਤਾਵਰਣ ਦਾ ਨੁਕਸਾਨ ਵੀ ਨਾ ਹੋਵੇ ਤੇ ਜਿਹੜਾ ਕਿਸਾਨ ਆ ਉਹਨੂੰ ਵੀ ਰੋਜ਼ੀ ਰੋਟੀ ਮਿਲਦੀ ਰਹੇ ਤੇ ਜਿਹੜਾ ਇੰਡਸਟਰੀ ਨੂੰ ਵੀ ਪ੍ਰਵਾਨ ਹੋਵੇ। ਤਾਂ ਉਹਦੇ ਵਿੱਚ ਹੀ ਇੱਕ ਜਿਹੜਾ ਗ੍ਰੀਨ ਐਗਰੀਕਲਚਰ ਦਾ ਮੁੱਦਾ ਵੀ ਉੱਭਰਿਆ। ਡਾਕਟਰ ਨਾਦੀਆ ਹੋਰਾਂ ਨੇ ਉਹਦੇ ਤੇ ਹੀ ਗੱਲ ਕਰਨੀ ਆ ਵੀ ਕੀ ਇਹ ਸੱਚਮੁੱਚ ਕੋਈ ਇੰਪੋਰਟੈਂਟ ਚੀਜ਼ ਹੈਗੀ ਆ ਕਿ ਸੱਚਮੁੱਚ ਇਹਦੇ ਨਾਲ ਕਿਸਾਨਾਂ ਦੀ ਤਕਦੀਰ ਬਦਲੀ ਜਾ ਸਕਦੀ ਆ, ਜਾਂ ਫਿਰ ਇਹ ਇੱਕ ਤਰ੍ਹਾਂ ਦਾ ਦਿਖਾਵਾ ਮਾਤਰੀ ਆ ਤੇ ਅੰਤ ਨੂੰ ਇਹਨੇ ਜਿਹੜੀ ਐਗਰੀ ਇੰਡਸਟਰੀ ਆ, ਜਿਹੜੀ ਬਿਜ਼ਨਸ ਕਾਰਪੋਰੇਟਸ ਨੇ, ਉਹਦੀ ਹੀ ਮਦਦ ਕਰਨੀ ਆ, ਉਹਦੇ ਵੱਲ ਹੀ ਝੁਕ ਜਾਣਾ। ਤੇ ਇਸ ਸਾਰੇ ਦਵੰਦ ਦੇ ਵਿੱਚ, ਸਾਰੇ ਟਕਰਾਵਾਂ ਦੇ ਵਿੱਚ ਕੀ ਹੱਲ ਹੋ ਸਕਦਾ, ਕੀ ਕੋਈ ਅਲਟਰਨੇਟਿਵ ਐਗਰੀਕਲਚਰ ਦਾ ਮਾਡਲ ਜਿਹੜਾ ਉਹ ਸੰਭਵ ਆ ਜਿਹਦੇ ਨਾਲ ਜਿਹੜੀਆਂ ਅਸੀਂ ਉਮੀਦਾਂ ਕਰਦੇ ਹਾਂ ਚੰਗੀ ਐਗਰੀਕਲਚਰ ਦੇ ਮਾਡਲ ਤੋਂ, ਉਹਨਾਂ ਤੇ ਉਹ ਖਰਾ ਉਤਰ ਸਕੇ। ਤਾਂ ਉਸ ਮਾਡਲ ਦੀ ਗੱਲ ਵੀ ਉਹ ਆਪਣੇ ਲੈਕਚਰ ਦੇ ਅੰਤਲੇ ਹਿੱਸੇ ਦੇ ਵਿੱਚ ਕਰਨਗੇ। ਤਾਂ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਇਹ। ਤੇ ਡਾਕਟਰ ਨਾਦੀਆ ਇਸ ਵਕਤ ਅਸਿਸਟੈਂਟ ਪ੍ਰੋਫੈਸਰ ਨੇ ਇਕਨੋਮਿਕਸ ਦੇ ਨਾਰਥੰਬਰੀਆ ਯੂਨੀਵਰਸਿਟੀ ਦੇ ਵਿੱਚ, ਯੂਕੇ ਦੇ ਵਿੱਚ, ਤੇ ਇਸ ਵਕਤ ਫੈਲੋ ਵੀ ਨੇ ਉਹ ਹਾਇਰ ਐਜੂਕੇਸ਼ਨ ਅਕੈਡਮੀ ਦੇ ਯੂਕੇ ਦੇ ਵਿੱਚ ਹੀ। ਤੇ ਜਿਹੜੇ ਉਹਨਾਂ ਦੇ ਰਿਸਰਚ ਇੰਟਰਸਟ ਦਾ ਫੋਕਸ ਆ ਉਹ ਇਕੋਲੋਜੀਕਲ ਐਂਡ ਜੈਂਡਰ ਇਕਨੋਮਿਕਸ ਆ। ਤੇ ਉਹਨਾਂ ਨੇ PhD ਆਪਦੀ ਆਕਸਫੋਰਡ ਬਰੁਕਸ ਯੂਨੀਵਰਸਿਟੀ ਤੋਂ ਕੰਪਲੀਟ ਕੀਤੀ ਆ ਤੇ ਬਹੁਤ ਇੰਪੋਰਟੈਂਟ ਕੁਝ ਜਰਨਲਸ ਦੇ ਵਿੱਚ ਉਹਨਾਂ ਦੇ ਆਰਟੀਕਲ ਛਪ ਚੁੱਕੇ ਨੇ, ਜਿਨ੍ਹਾਂ ਵਿੱਚ ਵਰਲਡ ਡਿਵੈਲਪਮੈਂਟ, ਜਰਨਲ ਆਫ ਡਿਵੈਲਪਮੈਂਟ ਸਟੱਡੀਜ਼ ਐਂਡ ਜੈਂਡਰ ਵਰਕ ਐਂਡ ਆਰਗੇਨਾਈਜੇਸ਼ਨ। ਤੇ ਉਹਨਾਂ ਨੇ ਪਿੱਛੇ ਜੇ ਇੱਕ ਮੈਨੂਸਕ੍ਰਿਪਟ ਵੀ ਕੰਪਲੀਟ ਕੀਤੀ ਆ ਜਿਹਦਾ ਟਾਈਟਲ ਆ ਫੇਥ, ਟ੍ਰੈਡੀਸ਼ਨਸ ਐਂਡ ਸਸਟੇਨੇਬਿਲਿਟੀ, ਨਿਊ ਵਿਊਜ਼ ਐਂਡ ਪ੍ਰੈਕਟਿਸਿਸ ਫਾਰ ਸਸਟੇਨੇਬਲ ਡਿਵੈਲਪਮੈਂਟ, ਸਪਰਿੰਗਰ ਤੋਂ ਇਹਨੇ ਛਪਣਾ। ਸੋ ਇਹਨਾਂ ਸ਼ਬਦਾਂ ਨਾਲ ਮੈਂ ਡਾਕਟਰ ਨਾਦੀਆ ਦਾ ਖੁਸ਼ ਆਮਦੀਦ ਕਹਿਣਾ, ਪ੍ਰੋਫੈਸਰ ਅਰਵਿੰਦ ਨੂੰ ਵੀ ਸ਼ੁਕਰੀਆ ਕਹਿਣਾ, ਉਹਨਾਂ ਨੇ ਵਕਤ ਕੱਢਿਆ ਤੇ ਇਸ ਤੋਂ ਬਾਅਦ ਅਸੀਂ ਉਹਨਾਂ ਨੂੰ ਵੀ ਸੁਣਾਂਗੇ। ਬਹੁਤ ਬਹੁਤ ਸ਼ੁਕਰੀਆ। Thanks, Professor Gurmukh. I would now like to request Professor Arvind to share a few words with us. Professor Arvind. Yes, I'm very happy to be part of today's program. Welcome to Dr. Nadia. She's a young scholar and working on extremely important issues of agriculture and economics and sustainability and so on. So I don't know exactly how the lecture is going to unfold, but I must say that these issues are extremely important for our survival of the planet. Well, planet I think will survive, but it's more important for human survival and the survival of civilization. And I think one should go a little bit beyond that, survival of the ways humans live, because some of the ways which we many times call out of civilization, I think are equally civilized, and that's what we are learning slowly today. So let me elaborate a bit. See, when my grandfather would describe the
agriculture communities which were settled from eastern Punjab to western Punjab in the British period in the middle 1880s and so on, who were given land in the western Punjab. And the forests were cleared and the land was allotted. Sometimes forests were not cleared and the land was allotted, and land allotments happened to soldiers, ex-servicemen, other people who had winding lands in eastern Punjab. Then these people who went from this side found that those forests had people. So they went to the British bosses, and British bosses said, all right, we have given you land, we have given you the land rights, now we'll give you guns to protect your land. So then, of course, there were communities which were living in those forests. They got marginalized. They moved into maybe deeper forests or the leftover forests. And then the Eastern Punjabi farmers who went from this side would ridicule that way of life, in which you don't cut a tree, but do a farming next to the tree. They say, oh, these lazy people, why can't they cut the trees, get the land straightened and do farming like we do? So the older lifestyle where you live in a sustainable way in a forest, and they have been doing that for roughly the same amount of time. The humans have been living the way we are for about 10 lakh years. And the whole history of agriculture goes back to only about 10,000 years. So these older ways of life, which have sustained over much longer times than the current ways of life, were being ridiculed. In the same way today, the urban dweller ridicules the way a villager lives. The life looks like a drudgery. You are doing this and you are doing that and you are doing unclean processes. So I think at several layers, the same thing repeats, that sustainability goes at the back. The commercial interests and the ease of doing things come to the fore. And dominant culture always kind of ridicules the cultures which are marginal and subaltern. And some of these cultures have equally deep and even better knowledge systems that we want to get rid of and move on with things. Now, why I'm saying this is because one must address the question of sustainability beyond the paradigm of current economic models, because the current economic model is a model which is based on, at the end of the day, growth and profit. And not just that, exponential growth. Growth has to be exponential, profits have to be exponential. And to sustain exponential growth and profits, you need infinite resources. So this particular economic hypothesis was valid when human beings were occupying a very small part of Earth. And we could actually consider Earth to be infinite, minerals to be infinite, oceans to be infinite. And that was maybe true about 250 years ago. After that, as humans captured more and more natural resources, the finiteness of resources and Earth has become very important. So much so that you can find traces of DDT in ocean water, which means human, which is just one species, can actually affect the ocean, which is the largest resource that we have. So which means the infinite resource hypothesis has broken down, and therefore the whole model based on exponential growth and exponential profits should actually be changed completely. And since I always believe in hitting the principal culprit, so I would say get rid of compound interest and compounding of profits out of the society, and you will slowly become sustainable. Charge 10% interest, 20% interest, 30% interest, but non-compound interest. No interest on interest, because that's what makes mathematically the function exponential, and therefore that exponential kills everything. So one thing we should definitely talk about is the exponential growth model, critique it, and make policymakers move from this. The second part, which is, well, this is the very broad point that I made. The second point I want to make is to do with agricultural communities, that particularly in India, what is happening is that as Professor Gurmukh mentioned, that the whole idea was to bring the agriculture communities into the fold of mainstream economics, as they call it. Now, in that process, you commercialize everything. Everything has a monetary label on it.
Whereas a lot in the agriculture communities, the quality of, for example, you say, all right, a 5-acre owner actually earns much less than a school teacher, even in a private. So you monetize. Whereas a 5-acre owner, first of all, is a landowner. Secondly, he can grow almost all the things he needs to eat and consume in his farm. Just not even his farm, only in about 20% of his farm. And therefore, to monetize everything produced in the agriculture sector and look at its monetary value is again wrong. So that's one. The coupled with that is that since markets had to be pushed into agrarian economy, people have been made market dependent. I mean, lots of things which currently the farmers are buying from the market need not be bought from the market. They can be either the locally produced or local things themselves could be used. I mean, a very important example is what we call refined vegetable oil. As an example, now vegetable oils are produced in the farms. Uh, Taking oil out of seeds is a process which is very old and can easily be established in a village or a town place. But it was systematically sold to the communities that you must use so-called refined oil. And now it's very clear that the process of refining actually diminishes even the health value and the nutritional value. It doesn't add anything. It only adds a label. And people were even told that natural oils have some bad things to it, which we remove and then we refine and we sell it back to you. So this is one example. I mean, you can similarly talk about sugar versus local sugars, good, all that. So pushing processed food and processed commodities into agricultural communities basically leads to their double exploitation, because first they sell their crop in the market and convert it into cash. Then they use that cash to buy commodities, and on both sides they tend to lose very seriously. So that is the second major thing that we need to talk about. So the third aspect, of course, is cultural, that what kind of lifestyle people think is good for them. And currently, if you see, when I go back to my village, nobody wants to keep cattle. Everyone wants to say that we'll buy milk. But then the question is, if you buy milk, everyone buys milk, where will the milk come from? Similarly, there are policies being pushed into agriculture sector that if you keep more than 2 animals, you are running a commercial enterprise, so you must register as a commercial enterprise. Which means that after commoditizing the regular products like wheat, vegetable oils, and all that, the forces which want full commercialization now are moving into, milk and all that and so on. And the day will not be very far where you will be told that you should sell your milk and then buy packeted milk, because that is what is healthy for you. In most of the West, that is what is already happening. So anyway, these are some of the things which I wanted to flag before the lecture, so that the speaker could also engage with these. But I am really happy that the Diaspora Center is organizing today's program, this lecture by Dr. Nadia Singh on a very important topic. As I always say, I may not be able to attend the entire lecture, but I would like to engage with it as it unfolds. So, welcome, Dr. Nadia, and thanks to the organizers for doing this activity. Thanks, Professor Arvind. And I think Professor Arvind has set the tone for today's talk. I would now request Dr. Nadia Singh to begin a talk. Sat Shri Akal ji, and thank you, Professor Arvind. ਤੁਸੀਂ sustainable agenda ਦੇ ਬਹੁਤ ਹੀ comprehensive ਤਰੀਕੇ ਨਾਲ ਸਾਰੀ different ਉਹਦੇ issues ਸਮਝਾਏ। ਮੈਂ Center for Diaspora Studies ਦੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੈਨੂੰ ਇਹ ਮੌਕਾ ਦਿੱਤਾ ਕਿ ਮੈਂ ਆਪਣੀ ਇਸ ਰਿਸਰਚ ਬਾਰੇ ਤੁਹਾਡੇ ਨਾਲ ਥੋੜੀ ਗੱਲਬਾਤ ਕਰਾਂ ਤੇ ਇਹਨੂੰ ਆਪਣੀ ਫਾਈਂਡਿੰਗਸ ਨੂੰ ਸ਼ੇਅਰ ਕਰਾਂ। ਮੇਰੀ ਇਹ ਰਿਸਰਚ 2021 ਵਿੱਚ ਸ਼ੁਰੂ ਹੋਈ ਜਦੋਂ ਮੈਂ ਵਿਸ਼ਵ ਵਿਆਪੀ
ਕਿਸਾਨੀ ਸੰਕਟ ਦੇ ਬਾਰੇ ਅਧਿਐਨ ਕਰਨਾ ਸ਼ੁਰੂ ਕੀਤਾ ਤੇ ਮੈਨੂੰ ਇਹਦੀ ਪ੍ਰੇਰਣਾ ਹਿੰਦੁਸਤਾਨ ਵਿੱਚ 2020 ਤੇ ਜਿਹੜੇ ਕਿਸਾਨ ਅੰਦੋਲਨ ਤੋਂ ਮਿਲੀ। ਇਸ ਕਿਸਾਨ ਅੰਦੋਲਨ ਦੌਰਾਨ ਕਿਸਾਨੀ ਸੰਕਟ, ਕਿ ਪੇਂਡੂ ਖੇਤਰ ਵਿੱਚ ਰੋਜ਼ਗਾਰ ਦੀ ਕਮੀ, ਕਰਜ਼ੇ ਹੇਠ ਦੱਬੀ ਕਿਸਾਨੀ, ਖੇਤੀ ਕਾਰੋਬਾਰਾਂ ਦੀ ਮੋਨੋਪਲੀ ਤੇ ਵਾਤਾਵਰਣ ਸੰਕਟ ਤੇ ਕਈ ਮੁੱਦੇ ਚੁੱਕੇ ਗਏ। ਤੇ ਮੇਰੇ ਮਨ ਵਿੱਚ ਵੀ ਸਵਾਲ ਆਏ ਕਿ ਇਹ ਕਿਸਾਨੀ ਮੁੱਦੇ ਸਿਰਫ ਭਾਰਤੀ ਕਿਸਾਨਾਂ ਦੀ ਮੁਸ਼ਕਿਲਾਂ ਨੇ ਕਿ ਹੋਰ ਦੇਸ਼ਾਂ ਦੇ ਕਿਸਾਨਾਂ ਨੂੰ ਵੀ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੈਂ ਫਿਰ ਹੋਰ ਕਈ ਮੁਲਕਾਂ ਦੇ ਕਿਸਾਨੀ ਸੰਘਰਸ਼ਾਂ ਦਾ ਅਧਿਐਨ ਕੀਤਾ ਤੇ ਮੈਂ ਪਾਇਆ ਕਿ ਜਿਹੜਾ ਸਾਡੇ ਦੇਸ਼ ਵਿੱਚ ਗ੍ਰੀਨ ਰੈਵੋਲਿਊਸ਼ਨ ਟਾਈਪ ਉਦਯੋਗਿਕ ਐਗਰੀਕਲਚਰ ਮਾਡਲ ਨੂੰ ਸ਼ੁਰੂ ਕੀਤਾ ਗਿਆ ਸੀ, ਇਸ ਮਾਡਲ ਨੂੰ ਕਈ ਹੋਰ ਮੁਲਕਾਂ ਵਿੱਚ ਵੀ ਸਟੇਟ ਪਾਲਿਸੀਜ਼, ਸਟੇਟ ਨੀਤੀਆਂ ਦੇ ਅਧੀਨ ਕਿਸਾਨਾਂ ਤੇ ਲਾਗੂ ਕੀਤਾ ਗਿਆ ਤੇ ਇਹਨਾਂ ਕਿਸਾਨਾਂ ਦੇ ਅਨੁਭਵ ਵੀ ਭਾਰਤੀ ਕਿਸਾਨਾਂ ਨਾਲ ਮਿਲਦੇ ਜੁਲਦੇ ਹਨ, ਜੋ ਅੱਜ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ। ਖੇਤੀ ਸੰਕਟ ਦੇ ਕਈ ਆਰਥਿਕ ਤੇ ਸਮਾਜਿਕ ਪਹਿਲੂ ਹਨ ਜਿਹੜੇ ਪ੍ਰੋਫੈਸਰ ਅਰਵਿੰਦ ਜਿਨ੍ਹਾਂ ਦਾ ਜ਼ਿਕਰ ਕਰ ਰਹੇ ਸਨ ਕਿ ਕਲਚਰ ਨਾਲ ਰਿਲੇਟਡ ਹੈ, ਜਿਹੜੀ ਸਾਡੀ ਰਵਾਇਤੀ ਕਿਸਾਨੀ ਨੂੰ ਨਾਲ ਰਿਲੇਟਡ ਕਈ ਸਾਰੇ ਇਹਦੇ ਪਹਿਲੂ ਨੇ, ਪਰ ਮੈਂ ਇਹਦੇ ਇਨਵਾਇਰਮੈਂਟਲ ਵਾਤਾਵਰਣਕ ਜਿਹੜੇ ਸੰਕਟ ਹੈ ਉਹਦੇ ਤੇ ਹੀ ਜ਼ਿਆਦਾ ਫੋਕਸ ਕਰਾਂਗੀ ਆਪਣੀ ਟਾਕ ਨੂੰ। ਤੇ ਇਸ ਦੇ ਤੀਜੇ ਹਿੱਸੇ ਵਿੱਚ ਮੇਰਾ ਜਿਹੜਾ ਟੌਪਿਕ ਹੈ ਗ੍ਰੀਨ ਫਾਰਮਿੰਗ, ਗ੍ਰੀਨ ਐਗਰੀਕਲਚਰ, ਸਸਟੇਨੇਬਲ ਐਗਰੀਕਲਚਰ। ਮੈਂ ਇਹਦੇ ਬਾਰੇ ਜੋ ਮੈਂ ਵੱਖ-ਵੱਖ ਕੰਟਰੀਜ਼ ਵਿੱਚ ਜਿਹੜੇ ਇਹਦੇ ਪਾਲਿਸੀਜ਼ ਲਿਆਈਆਂ ਗਈਆਂ ਨੇ ਉਹਨਾਂ ਬਾਰੇ ਚਰਚਾ ਕਰਾਂਗੀ ਤੇ ਮੈਂ ਇਹਨਾਂ ਤੋਂ ਕੀ ਨਤੀਜਾ ਕੱਢਿਆ ਕਿ ਇਹ ਪਾਲਿਸੀਜ਼ ਕਿਵੇਂ ਗ੍ਰੀਨ ਵਾਸ਼ਿੰਗ ਹੈ। ਗ੍ਰੀਨ ਵਾਸ਼ਿੰਗ ਤੋਂ ਮੇਰਾ ਇਹ ਮਤਲਬ ਹੈ ਕਿ ਇਹ ਕਾਫੀ ਸਾਰੇ ਵੱਡੇ ਜਿਹੜੇ ਕਾਰਪੋਰੇਟ ਖੇਤੀ ਕਾਰੋਬਾਰੀ ਹਨ, ਇਹ ਆਪਣੇ ਆਪ ਨੂੰ ਦੱਸ ਰਹੇ ਨੇ ਕਿ ਵਾਤਾਵਰਣ ਪ੍ਰਤੀ ਕਾਫੀ ਸੰਵੇਦਨਸ਼ੀਲ ਹੋ ਗਏ ਹਨ, ਪਰ ਇਹ ਪਾਲਿਸੀਆਂ ਜਿਹੜੀਆਂ ਬਣਾ ਰਹੇ ਨੇ ਉਹਨਾਂ ਨਾਲ ਵਾਤਾਵਰਣ ਦਾ ਕੋਈ ਲਾਭ ਨਹੀਂ ਹੋ ਰਿਹਾ, ਸਗੋਂ ਇਹਨਾਂ ਦਾ ਹੀ ਮੁਨਾਫਾ ਵਧੀ ਜਾ ਰਿਹਾ ਹੈ ਤੇ ਇਹ ਪਾਲਿਸੀਆਂ ਕਿਵੇਂ ਗ੍ਰੀਨ ਵਾਸ਼ਿੰਗ ਦਾ ਰੂਪ ਲੈ ਰਹੀਆਂ ਨੇ, ਮੈਂ ਇਹਦੇ ਤੇ ਚਰਚਾ ਕਰਾਂਗੀ। ਫਾਈਨਲੀ ਮੈਂ ਸੋਲਿਊਸ਼ਨਸ ਦੇ ਤੌਰ ਤੇ ਜਿਹੜਾ ਮੈਂ ਪਾਇਆ ਕਿ ਇੱਕ ਐਗਰੋ ਇਕੋਲੋਜੀ ਮੂਵਮੈਂਟ ਹੈ ਜਿਹੜੀ ਲਾਤੀਨੀ ਅਮਰੀਕਨ ਲੈਟਿਨ ਅਮਰੀਕਨ ਕੰਟਰੀਜ਼ ਵਿੱਚ ਹੋ ਰਹੀ ਹੈ ਤੇ ਉਹਦੇ ਕੀ ਅਨੁਭਵ ਨੇ ਤੇ ਭਾਰਤੀ ਕਿਸਾਨ ਉਹਨਾਂ ਤੋਂ ਕੀ ਸਬਕ ਲੈ ਸਕਦੇ ਨੇ, ਉਹਦੇ ਤੇ ਮੈਂ ਚਰਚਾ ਕਰਾਂਗੀ। ਸੋ ਇਹ ਬੇਸਿਕਲੀ ਮੇਰੀ ਪ੍ਰੈਜ਼ੈਂਟੇਸ਼ਨ ਦੇ 3 ਹਿੱਸੇ ਆ ਤੇ ਸ਼ੁਰੂਆਤ ਜੋ ਮੈਂ ਕਹਾਂਗੀ ਕਿ ਉਦਯੋਗਿਕ ਖੇਤੀਬਾੜੀ ਜਿਹਨੂੰ ਅਸੀਂ ਗ੍ਰੀਨ ਰੈਵੋਲਿਊਸ਼ਨ ਕਹਿੰਦੇ ਆ 1970 ਦੇ ਦਹਾਕੇ ਤੋਂ ਦੁਨੀਆ ਦੇ ਕਈ ਮੁਲਕਾਂ ਵਿੱਚ ਸ਼ੁਰੂ ਕੀਤੀ ਗਈ। ਇਹ ਵਿਕਾਸਸ਼ੀਲ ਮੁਲਕ ਵੀ ਸਨ ਤੇ ਵਿਕਸਿਤ ਮੁਲਕ ਵੀ ਸਨ। ਸੋ ਇਹ ਖੇਤੀਬਾੜੀ ਦਾ ਉਹ ਤਕਨੀਕ ਹੈ ਜਿਹਦੇ ਅਧੀਨ ਉਦਯੋਗਿਕ ਤਕਨੀਕਾਂ ਤੇ ਮਹਾਰਤਾਂ ਰਾਹੀਂ ਵੱਧ ਉਤਪਾਦਕਤਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਖੇਤੀਬਾੜੀ ਮਾਡਲ ਇਹਦੇ 3 ਐਸਪੈਕਟਸ ਨੇ, ਇੱਕੋ ਫਸਲੀ ਨਮੂਨਿਆਂ, ਰਸਾਇਣਿਕ ਨਿਵੇਸ਼ਾਂ ਦੀ ਤੀਬਰ ਵਰਤੋਂ ਅਤੇ ਬੀਜਾਂ ਦੀਆਂ ਹਾਈ ਯੀਲਡਿੰਗ ਕਿਸਮਾਂ ਦੀ ਵਰਤੋਂ ਤੇ ਆਧਾਰਿਤ ਹੁੰਦਾ ਹੈ। ਸਾਲ 1970 ਤੋਂ 1990 ਦੇ ਵਿਚਕਾਰ ਘੱਟ ਆਮਦਨ ਵਾਲੇ ਦੇਸ਼ਾਂ ਵਿੱਚ ਕਣਕ ਅਤੇ ਝੋਨੇ ਦੀ ਕਾਸ਼ਤ ਅਧੀਨ 70% ਖੇਤਰ ਵਿੱਚ ਬੀਜਾਂ ਦੀਆਂ ਉੱਚ ਉਪਜ ਦੇਣ ਵਾਲੀਆਂ ਕਿਸਮਾਂ ਦੇ ਬੀਜਾਂ ਨਾਲ ਕਾਸ਼ਤ ਕੀਤੀ ਜਾਣੀ ਸ਼ੁਰੂ ਕਰ ਦਿੱਤੀ ਗਈ। HIV ਬੀਜਾਂ ਦੀਆਂ ਹੋਰ ਕਿਸਮਾਂ ਦੇ ਮੁਕਾਬਲੇ ਉੱਚ ਫਸਲ ਸੂਚਕ ਅੰਕ ਜਿਹਨੂੰ ਹਾਈ ਯੀਲਡ ਇੰਡੈਕਸ ਕਹਿੰਦੇ ਹਨ ਲਈ ਤਿਆਰ ਕੀਤਾ ਗਿਆ ਹੈ। HIV ਬੀਜ ਰਸਾਇਣਿਕ ਇਨਪੁਟਾਂ ਪ੍ਰਤੀ ਬਹੁਤ ਪ੍ਰਤੀਕਿਰਿਆਸ਼ੀਲ ਹੁੰਦੇ ਹਨ ਅਤੇ ਪੌਸ਼ਟਿਕ ਤੱਤਾਂ ਅਤੇ ਪਾਣੀ ਦੇ ਸ਼ੋਸ਼ਣ ਨੂੰ ਵੱਧ ਤੋਂ ਵੱਧ ਕਰਨ ਦੀ ਯੋਗਤਾ ਰੱਖਦੇ ਹਨ। ਇਹਨਾਂ ਵਿਕਾਸਾਂ ਨੇ ਵਿਸ਼ਵ ਭਰ ਵਿੱਚ ਅਨਾਜ ਦੇ ਉਤਪਾਦਨ ਵਿੱਚ ਵੱਡੇ ਤੌਰ ਤੇ ਸੁਧਾਰ ਕੀਤਾ ਅਤੇ ਬਹੁਤ ਸਾਰੇ ਕਿਸਾਨਾਂ ਨੂੰ ਗਰੀਬੀ ਤੋਂ ਬਾਹਰ ਲਿਆਉਣ ਵਿੱਚ ਸਹਾਇਤਾ ਕੀਤੀ। 1960 ਤੋਂ 1990 ਦੀ ਮਿਆਦ ਦੇ ਵਿਚਕਾਰ ਵਿਸ਼ਵ ਭਰ ਵਿੱਚ ਖੇਤੀਬਾੜੀ ਪੈਦਾਵਾਰ ਵਿੱਚ 150 ਤੋਂ 200% ਦਾ ਵਾਧਾ ਹੋਇਆ।
ਕਈ ਅਧਿਐਨ ਦੱਸਦੇ ਹਨ ਕਿ 1961 ਤੋਂ 2001 ਦੇ ਵਿਚਕਾਰ ਦੱਖਣ ਪੂਰਬੀ ਏਸ਼ੀਆ, ਦੱਖਣੀ ਏਸ਼ੀਆ, ਲਾਤੀਨੀ ਅਮਰੀਕਾ ਅਤੇ ਕੈਰੀਬੀਅਨ ਦੇ ਖੇਤਰਾਂ ਵਿੱਚ ਖੇਤਰੀ ਅਨਾਜ ਦਾ ਉਤਪਾਦਨ ਦੁੱਗਣਾ ਹੋ ਗਿਆ। ਹਾਲਾਂਕਿ ਖੇਤੀਬਾੜੀ ਵਿਕਾਸ ਦੇ ਇਸ ਮਾਡਲ ਦੇ ਲਾਭ ਇਸ ਸਦੀ ਦੀ ਸ਼ੁਰੂਆਤ ਵਿੱਚ ਘਟਣੇ ਸ਼ੁਰੂ ਹੋ ਗਏ। ਰੇ ਐਟ al 2012 ਨੇ ਸਾਲ 1980 ਅਤੇ 2008 ਦੇ ਵਿਚਕਾਰ ਪ੍ਰਮੁੱਖ ਉਤਪਾਦਕ ਖੇਤਰਾਂ ਵਿੱਚ 4 ਪ੍ਰਮੁੱਖ ਫਸਲਾਂ ਕਣਕ, ਮੱਕੀ, ਝੋਨਾ ਤੇ ਸੋਇਆਬੀਨ ਦੀ ਫਸਲੀ ਪੈਦਾਵਾਰ ਦਾ ਅਨੁਭਵੀ ਅਧਿਐਨ ਕੀਤਾ ਅਤੇ ਉਹਨਾਂ ਨੇ ਸਿੱਟਾ ਕੱਢਿਆ ਕਿ ਇਸ ਸਮੇਂ ਦੌਰਾਨ ਇਹਨਾਂ ਫਸਲਾਂ ਦੀ ਔਸਤ ਪੈਦਾਵਾਰ 24 ਤੋਂ 39% ਦੀ ਗਿਰਾਵਟ ਦੇਖੀ ਗਈ ਹੈ। ਇਸ ਖੇਤੀਬਾੜੀ ਮਾਡਲ ਦੇ ਮੂਲ ਆਰਕੀਟੈਕਟਰਾਂ ਨੇ ਇਹਦੇ ਵਾਤਾਵਰਣਕ ਨਤੀਜਿਆਂ ਦੀ ਕਲਪਨਾ ਨਹੀਂ ਸੀ ਕੀਤੀ। ਹੁਣ ਇਹ ਪਾਇਆ ਗਿਆ ਹੈ ਕਿ ਇਹ ਖੇਤੀਬਾੜੀ ਮਾਡਲ GHG emissions ਲਈ ਕਾਫੀ ਹੱਦ ਤੱਕ ਜ਼ਿੰਮੇਵਾਰ ਹੈ। IPCC 2020 ਦੇ ਅਨੁਮਾਨਾਂ ਤੋਂ ਪਤਾ ਲੱਗਦਾ ਹੈ ਕਿ ਖੇਤੀਬਾੜੀ ਅਤੇ ਸੰਬੰਧਿਤ ਗਤੀਵਿਧੀਆਂ ਵਿਸ਼ਵ ਭਰ ਦੇ ਕਾਰਬਨ ਡਾਈਆਕਸਾਈਡ ਦੇ ਨਿਕਾਸ ਦਾ 13%, ਮੀਥੇਨ ਨਿਕਾਸ ਦਾ 43% ਅਤੇ ਨਾਈਟ੍ਰੋਜਨ ਆਕਸਾਈਡ ਦੇ ਨਿਕਾਸ ਦਾ 80% ਲਈ 80% ਜ਼ਿੰਮੇਵਾਰ ਹਨ। ਵੱਡੇ ਪੱਧਰ ਤੇ ਉਦਯੋਗਿਕ ਕਿਸਮ ਦੀ ਖੇਤੀ ਵੱਡੀ ਮਾਤਰਾ ਵਿੱਚ ਕੂੜਾ ਪੈਦਾ ਕਰਨ ਲਈ ਵੀ ਜ਼ਿੰਮੇਵਾਰ ਹੈ। ਉਦਾਹਰਨ ਵਜੋਂ ਫਰਾਂਸ ਵਿੱਚ ਪਸ਼ੂਆਂ ਦੇ ਉਤਪਾਦਨ ਦੀ ਤੀਬਰਤਾ ਵਿੱਚ ਵਾਧੇ ਨੂੰ ਮੁੱਖ ਤੌਰ ਤੇ ਇਸ ਦੇ ਉੱਤਰ ਪੱਛਮੀ ਤੱਟ ਤੇ ਐਲਗਲ ਫੁੱਲਾਂ ਦੇ ਫੁੱਲਣ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਇਸ ਦਾ ਕਾਰਨ ਖਾਦ ਦੀ ਵਰਤੋਂ ਦੀ ਨਾਈਟ੍ਰੋਜਨ ਸਮੱਗਰੀ ਵਿੱਚ ਵਾਧਾ ਸੀ। ਅਮਰੀਕਾ ਵਿੱਚ ਇਸ ਸਮੇਂ 21,000 CFOs ਜਿਨ੍ਹਾਂ ਨੂੰ ਕੇਂਦਰਿਤ ਪਸ਼ੂ ਖੁਰਾਕ ਕਾਰਜ ਹਨ ਜੋ ਪ੍ਰਤੀ ਸਾਲ 500 ਮਿਲੀਅਨ ਟਨ ਖਾਦ ਪੈਦਾ ਕਰਦੇ ਹਨ। ਇਹ ਸਾਲਾਨਾ ਮਨੁੱਖੀ ਸੈਨੇਟਰੀ ਰਹਿੰਦ ਖੂੰਹਦ ਤੋਂ 3 ਗੁਣਾ ਜ਼ਿਆਦਾ ਹੈ। ਉਦਯੋਗਿਕ ਖੇਤੀਬਾੜੀ ਇਹ ਵੀ ਪਾਇਆ ਗਿਆ ਹੈ ਕਿ ਉਦਯੋਗਿਕ ਖੇਤੀਬਾੜੀ ਰਸਾਇਣਿਕ ਉਪਕਰਨਾਂ ਜਿਨ੍ਹਾਂ ਨੂੰ ਅਸੀਂ ਫਰਟੀਲਾਈਜ਼ਰਸ ਤੇ ਪੈਸਟੀਸਾਈਡਸ ਕਹਿੰਦੇ ਹਨ ਦੀ ਵਰਤੋਂ ਵਿੱਚ ਤੀਬਰ ਹੈ। ਫਸਲਾਂ ਇਹਨਾਂ ਖਾਦਾਂ ਤੇ ਕੀਟਨਾਸ਼ਕਾਂ ਨੂੰ ਪੂਰੀ ਮਾਤਰਾ ਵਿੱਚ ਐਬਜ਼ੌਰਬ ਨਹੀਂ ਕਰਦੀਆਂ। ਸੋ ਜੋ ਇਹ ਰਹਿੰਦ ਖੂੰਹਦ ਰਹਿ ਜਾਂਦੀ ਹੈ ਇਹ ਜਲ ਜੀਵਨ ਦਾ ਨੁਕਸਾਨ ਕਰਦੀ ਹੈ ਕਿਉਂਕਿ ਇਹ ਪਾਣੀ ਦੀ ਆਕਸੀਜਨ ਦੀ ਮਾਤਰਾ ਨੂੰ ਘੱਟ ਕਰਦੀ ਹੈ ਜਿਸ ਨਾਲ ਡੈਡ ਜ਼ੋਨਸ ਬਣ ਜਾਂਦੇ ਹਨ। ਇਹਦਾ ਇੱਕ ਹੋਰ ਪਹਿਲੂ ਹੈ ਕਿ ਰਸਾਇਣਿਕ ਇਨਪੁਟਾਂ ਆਪਣੇ ਉਤਪਾਦਨ ਤੇ ਆਪਣੇ ਵੰਡ ਵਿੱਚ ਬਹੁਤ ਜ਼ਿਆਦਾ ਮੋਨੋਪੋਲੀਜ਼ ਰੱਖਦੀਆਂ ਹਨ। ਵਿਸ਼ਵ ਭਰ ਵਿੱਚ 4 ਵੱਡੀਆਂ ਕੰਪਨੀਆਂ ਇਹਦਾ 70% ਹਿੱਸਾ ਰੱਖਦੀਆਂ ਹਨ ਇਹਦੀ ਮਾਰਕੀਟ ਦਾ, ਫਰਟੀਲਾਈਜ਼ਰਸ ਦੀ ਮਾਰਕੀਟ ਦਾ। ਤੇ ਮੌਜੂਦਾ ਅਧਿਐਨ ਦੱਸਦੇ ਹਨ ਕਿ ਇਹ ਕੰਪਨੀਆਂ ਵਿਕਸਿਤ ਦੇਸ਼ਾਂ ਵਿੱਚ ਘੱਟ ਖਤਰਨਾਕ ਕੀਟਨਾਸ਼ਕ ਵੇਚਦੀਆਂ ਹਨ ਕਿਉਂਕਿ ਇਹਨਾਂ ਦੇਸ਼ਾਂ ਵਿੱਚ ਸਖਤ ਨਿਯਮ ਕਾਨੂੰਨ ਹਨ। ਹਾਲਾਂਕਿ ਏਸ਼ੀਆ ਅਤੇ ਅਫਰੀਕਾ ਦੇ ਵਿਕਾਸਸ਼ੀਲ ਦੇਸ਼ਾਂ ਵਿੱਚ 2000 ਤੋਂ 2015 ਵਿਚਕਾਰ ਖਤਰਨਾਕ ਕੀਟਨਾਸ਼ਕਾਂ ਦੀ ਵਰਤੋਂ ਵੱਧਦੀ ਗਈ ਹੈ। ਇੱਕ ਕੀਟਨਾਸ਼ਕ ਐਟਲਸ 2022 ਦੇ ਅਨੁਸਾਰ ਯੂਰਪੀਅਨ ਯੂਨੀਅਨ ਵਿੱਚ ਖਤਰਨਾਕ ਕੀਟਨਾਸ਼ਕ ਦੀ ਵਰਤੋਂ ਸਿਰਫ 11% ਹੈ, ਹਾਲਾਂਕਿ ਭਾਰਤ ਵਿੱਚ ਖਤਰਨਾਕ ਕੀਟਨਾਸ਼ਕਾਂ ਦੀ ਵਰਤੋਂ 59% ਹੈ। ਇਹ ਕੀਟਨਾਸ਼ਕ ਕਈ ਸਿਹਤ ਖਤਰਿਆਂ ਲਈ ਜ਼ਿੰਮੇਵਾਰ ਠਹਿਰਾਏ ਜਾਂਦੇ ਹਨ। ਕੀਟਨਾਸ਼ਕਾਂ ਦੇ ਸਿੱਧੇ ਸੰਪਰਕ ਵਿੱਚ ਆਉਣ ਨਾਲ ਕਈ ਬਿਮਾਰੀਆਂ ਫੈਲਦੀਆਂ ਹਨ ਜਿਵੇਂ ਕਿ ਦਿਮਾਗ, ਖੂਨ ਅਤੇ ਗਲੇ ਦੇ ਕੈਂਸਰ ਤੇ ਇਹਨਾਂ ਕੀਟਨਾਸ਼ਕਾਂ ਦੇ ਅਸਿੱਧੇ ਸੰਪਰਕ ਵਿੱਚ ਆਉਣ ਨਾਲ ਔਰਤਾਂ ਵਿੱਚ ਛਾਤੀ, ਬੱਚੇਦਾਨੀ ਅਤੇ ਹਵਾ ਦੀ ਪਾਈਪ ਨਾਲ ਸੰਬੰਧਿਤ ਕੈਂਸਰ ਦੇ ਵੱਧਦੇ ਪ੍ਰਸਾਰ ਨਾਲ ਜੋੜਿਆ ਗਿਆ ਹੈ। ਉਦਯੋਗਿਕ ਖੇਤੀਬਾੜੀ ਦਾ ਇਹ ਮਾਡਲ ਵਾਤਾਵਰਣ ਲਈ ਤੇ ਹਾਨੀਕਾਰਕ ਸੀਗਾ ਹੀ ਬਲਕਿ ਹੁਣ ਦੇਖਿਆ ਗਿਆ ਹੈ ਕਿ ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਆਰਥਿਕ ਤੌਰ ਤੇ ਵੀ ਅਸਥਿਰ ਸਾਬਿਤ ਹੋਇਆ ਹੈ। ਇਹ ਖੇਤੀਬਾੜੀ ਮਾਡਲ ਰਸਾਇਣਿਕ ਖਾਦਾਂ ਅਤੇ ਹੋਰ ਤਕਨੀਕੀ ਉਪਕਰਨਾਂ ਦੀ ਵਰਤੋਂ ਤੇ ਬਹੁਤ ਜ਼ਿਆਦਾ ਨਿਰਭਰ ਸੀ।
ਇਸ ਦਾ ਨਤੀਜਾ ਇਹ ਹੋਇਆ ਕਿ ਖੇਤੀ ਦੀ ਲਾਗਤ ਵਿੱਚ ਪ੍ਰਗਤੀਸ਼ੀਲ ਵਾਧਾ ਹੁੰਦਾ ਗਿਆ ਅਤੇ ਕਿਸਾਨਾਂ ਦਾ ਕਰਜ਼ਾ ਵੱਧ ਗਿਆ, ਜਿਸ ਨਾਲ ਕਈ ਮੁਲਕਾਂ ਦੇ ਛੋਟੇ ਤੇ ਦਰਮਿਆਨੇ ਆਕਾਰ ਦੇ ਕਿਸਾਨਾਂ ਨੂੰ ਅਨਿਸ਼ਚਿਤ ਸਥਿਤੀ ਦਾ ਸਾਹਮਣਾ ਕਰਨਾ ਪਿਆ। ਉਦਾਹਰਨ ਵਜੋਂ ਅਮਰੀਕਾ ਵਿੱਚ ਖੇਤੀ ਉਤਪਾਦਕਤਾ 2016 ਤੋਂ ਸਾਲਾਨਾ 3% ਦੀ ਦਰ ਤੇ ਘਟ ਰਹੀ ਹੈ। ਇਸ ਦੇ ਨਤੀਜੇ ਵਜੋਂ ਪੇਂਡੂ ਆਬਾਦੀ ਦਾ ਇੱਕ ਵੱਡਾ ਹਿੱਸਾ ਖੇਤੀਬਾੜੀ ਨੂੰ ਕਿੱਤੇ ਵਜੋਂ ਛੋੜ ਰਿਹਾ ਹੈ। ILO 2022 ਦੇ ਅਨੁਮਾਨ ਦੱਸਦੇ ਹਨ ਕਿ ਵਿਸ਼ਵ ਪੱਧਰ ਤੇ ਖੇਤੀ ਵਿੱਚ ਲੱਗੇ ਕਿਰਤ ਸ਼ਕਤੀ ਦੀ ਪ੍ਰਤੀਸ਼ਤਤਾ 1961 ਵਿੱਚ 49% ਤੋਂ ਘਟ ਕੇ 2022 ਵਿੱਚ 26% ਹੀ ਰਹਿ ਗਈ। ਅਧਿਐਨ ਇਹ ਵੀ ਦਰਸਾਉਂਦੇ ਹਨ ਕਿ ਵਿਸ਼ਵ ਪੱਧਰ ਤੇ ਖੇਤੀ ਬੁਢਾਪੇ ਦਾ ਕਿੱਤਾ ਬਣ ਗਿਆ ਹੈ। ਉੱਤਰੀ ਅਮਰੀਕਾ ਵਿੱਚ ਅਸੀਂ ਦੇਖੀਏ ਕਿ ਕਿਸਾਨਾਂ ਦੀ ਔਸਤ ਉਮਰ 60 ਸਾਲ ਹੈ, ਜਦੋਂ ਕਿ UK ਦੇ ਕਿਸਾਨਾਂ ਦੀ ਔਸਤ ਉਮਰ 58 ਸਾਲ ਹੈ। ਇਹ ਰੁਝਾਨ ਏਸ਼ੀਆ ਅਤੇ ਅਫਰੀਕਾ ਦੇ ਮੁਲਕਾਂ ਵਿੱਚ ਵੀ ਦੇਖੇ ਜਾਂਦੇ ਹਨ, ਜਦੋਂ ਕਿ ਇਹਨਾਂ ਮੁਲਕਾਂ ਵਿੱਚ ਕਿਸਾਨੀ ਤੇ ਖੇਤੀਬਾੜੀ GDP ਦਾ ਇੱਕ ਬਹੁਤ ਹੀ ਮਹੱਤਵਪੂਰਨ ਯੋਗਦਾਨ ਹੈ। ਸਬ ਸਹਾਰਨ ਅਫਰੀਕਾ ਜਾਂ ਉਪ ਸਹਾਰਨ ਅਫਰੀਕਾ ਵਿੱਚ 26.8% ਅਤੇ ਦੱਖਣੀ ਏਸ਼ੀਆ ਵਿੱਚ 28.5% ਕਿਸਾਨ 55 ਸਾਲਾਂ ਦੀ ਉਮਰ ਤੋਂ ਵੱਧ ਦੇ ਹਨ। ਮਹਿਰਾਬੀ 2023 ਨੇ ਇੱਕ ਸਟੱਡੀ ਕੀਤੀ ਤੇ ਉਹਨਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਵਿਸ਼ਵ ਪੱਧਰ ਤੇ ਫਾਰਮਾਂ ਦੀ ਗਿਣਤੀ 2020 ਵਿੱਚ 616 ਮਿਲੀਅਨ ਤੋਂ ਘਟ ਕੇ ਸਾਲ 2100 ਵਿੱਚ 272 ਮਿਲੀਅਨ ਹੀ ਰਹਿ ਜਾਏਗੀ ਤੇ ਇਸ ਨਾਲ ਜਿਹੜੀ ਗਲੋਬਲ ਖੁਰਾਕ ਸੁਰੱਖਿਆ ਇੰਟਰਨੈਸ਼ਨਲ ਫੂਡ ਸਿਕਿਉਰਿਟੀ ਲਈ ਇੱਕ ਵੱਡਾ ਖਤਰਾ ਬਣ ਜਾਏਗੀ। ਹੁਣ ਜਿਹੜੇ ਇਹ ਸਾਰੀ ਚੁਣੌਤੀਆਂ ਦੇ ਮੱਦੇਨਜ਼ਰ ਇਹ ਗੱਲ ਤੇ ਵਿਆਪਕ ਤੌਰ ਤੇ ਸਹਿਮਤੀ ਬਣੀ ਹੋਈ ਹੈ ਕਿ ਉਦਯੋਗਿਕ ਖੇਤੀਬਾੜੀ ਦੇ ਮੌਜੂਦਾ ਮਾਡਲ ਨੂੰ ਵਧੇਰੇ ਸਸਟੇਨੇਬਲ ਵਿਕਲਪਾਂ ਨਾਲ ਬਦਲਣ ਦੀ ਲੋੜ ਹੈ। ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਦਾ ਅਨੁਮਾਨ ਹੈ ਕਿ ਪਰਿਆਵਰਣ ਸੰਕਟ ਨੂੰ ਨਜਿੱਠਣ ਲਈ ਪ੍ਰਤੀ ਸਾਲ 536 ਬਿਲੀਅਨ ਅਮਰੀਕੀ ਡਾਲਰ ਦੇ ਨਿਵੇਸ਼ ਦੀ ਲੋੜ ਹੈ। ਹਾਲਾਂਕਿ ਸਸਟੇਨੇਬਲ ਖੇਤੀ ਕੀ ਹੈ, ਇਸ ਬਾਰੇ ਬਹੁਤ ਬਹਿਸ ਬਾਕੀ ਹੈ। ਹਾਲ ਹੀ ਦੇ ਸਾਲਾਂ ਵਿੱਚ ਨੇਚਰ ਬੇਸਡ ਸੋਲਿਊਸ਼ਨ, ਰੀਜਨਰੇਟਿਵ ਐਗਰੀਕਲਚਰ, ਗ੍ਰੀਨ ਐਗਰੀਕਲਚਰ, ਕਲਾਈਮੇਟ ਸਮਾਰਟ ਐਗਰੀਕਲਚਰ ਇਹਨਾਂ ਸ਼ਬਦਾਂ ਦੀ ਅੰਤਰਰਾਸ਼ਟਰੀ ਏਜੰਸੀਆਂ ਅਤੇ ਵੱਡੇ ਖੇਤੀਬਾੜੀ ਕਾਰੋਬਾਰੀ ਦੁਆਰਾ ਵਿਆਪਕ ਤੌਰ ਤੇ ਪ੍ਰਚਾਰਿਆ ਗਿਆ ਹੈ। ਹਾਲਾਂਕਿ ਇਹਨਾਂ ਸ਼ਬਦਾਂ ਦੀ ਕੋਈ ਸਟੀਕ ਪਰਿਭਾਸ਼ਾ ਨਹੀਂ ਦਿੱਤੀ ਗਈ। ਕਈ ਵਿਦਵਾਨਾਂ ਦਾ ਇਹ ਵੀ ਮੰਨਣਾ ਹੈ ਕਿ ਗਲੋਬਲ ਸਸਟੇਨੇਬਿਲਿਟੀ ਏਜੰਡਾ ਨੂੰ ਹਾਈਜੈਕ ਕਰਨ ਲਈ ਵੱਡੇ ਖੇਤੀਬਾੜੀ ਕਾਰੋਬਾਰੀ ਇਹਨਾਂ ਸ਼ਬਦਾਂ ਦੀ ਢਿੱਲੀ ਵਰਤੋਂ ਕਰ ਰਹੇ ਹਨ। ਇੱਕ ਤਾਜ਼ਾ ਰਿਪੋਰਟ ਨੇ ਦੁਨੀਆ ਦੀ 79 ਸਭ ਤੋਂ ਵੱਡੀ ਖੇਤੀਬਾੜੀ ਕਾਰੋਬਾਰੀ ਕੰਪਨੀਆਂ ਦੀ ਹਰੀ ਖੇਤੀ ਰਣਨੀਤੀਆਂ ਦਾ ਵਿਸ਼ਲੇਸ਼ਣ ਕੀਤਾ, ਜਿਨ੍ਹਾਂ ਦੀ ਕੁੱਲ ਜਾਇਦਾਦ 3000 ਅਰਬ ਡਾਲਰ ਸੀ। ਇਹ ਕੰਪਨੀਆਂ ਵਨ ਪਲੈਨਟ ਬਿਜ਼ਨਸ ਫॉर ਬਾਇਓਡਾਇਵਰਸਿਟੀ ਦਾ ਹਿੱਸਾ ਸਨ ਅਤੇ ਜਨਤਕ ਤੌਰ ਤੇ ਹਰੀ ਖੇਤੀਬਾੜੀ ਦੀ ਤਰੱਕੀ, ਜੰਗਲਾਂ ਦੀ ਕਟਾਈ ਨੂੰ ਸੀਮਤ ਕਰਨ ਅਤੇ ਜੈਵ ਵਿਭਿੰਨਤਾ ਦੇ ਪੁਨਰ ਨਿਰਮਾਣ ਲਈ ਆਪਣੀ ਵਚਨਬੱਧਤਾ ਜ਼ਾਹਰ ਕਰਦੀਆਂ ਨੇ। ਰਿਪੋਰਟ ਵਿੱਚ ਪਾਇਆ ਗਿਆ ਕਿ ਇਹਨਾਂ 79 ਵਿੱਚੋਂ 32 ਕੰਪਨੀਆਂ ਅਜਿਹੀਆਂ ਸਨ ਜਿਨ੍ਹਾਂ ਨੇ ਹਰੀ ਖੇਤੀ ਦੇ ਸੰਬੰਧ ਵਿੱਚ ਕੋਈ ਮਾਪਨਯੋਗ ਟੀਚਾ ਨਹੀਂ ਰੱਖਿਆ ਸੀ। ਉਦਾਹਰਨ ਵਜੋਂ ਡੋਮਿਨੋਜ਼ ਪੀਜ਼ਾ ਨੇ ਆਪਣੇ 2020 ਦੀ ਮਿਸ਼ਨ ਸਟੇਟਮੈਂਟ ਵਿੱਚ ਕਿਹਾ ਕਿ ਉਹ ਰੀਜਨਰੇਟਿਵ ਐਗਰੀਕਲਚਰ ਦੇ ਪਾਇਲਟ ਪ੍ਰੋਜੈਕਟਾਂ ਰਾਹੀਂ ਆਪਣੀ ਗਤੀਵਿਧੀਆਂ ਦੇ ਵਾਤਾਵਰਣ ਪ੍ਰਭਾਵ ਨੂੰ ਘੱਟ ਕਰ ਰਹੀ ਹੈ। ਹਾਲਾਂਕਿ ਡੋਮਿਨੋਜ਼ ਨੇ ਕਿਸੇ ਵਿਸ਼ੇਸ਼ ਵਾਤਾਵਰਣ ਪ੍ਰਭਾਵ ਦੇ ਨਤੀਜਿਆਂ ਦਾ ਜ਼ਿਕਰ ਨਹੀਂ ਕੀਤਾ।
ਇਸ ਤੋਂ ਇਲਾਵਾ ਇਹਨਾਂ ਵਿੱਚੋਂ ਕੋਈ ਵੀ ਕੰਪਨੀ ਅਜਿਹੀ ਨਹੀਂ ਸੀ ਜਿਨ੍ਹਾਂ ਨੇ ਕਿਸਾਨਾਂ ਦੀ ਆਮਦਨ ਅਤੇ ਰੋਜ਼ੀ ਰੋਟੀ ਦੀ ਸੁਰੱਖਿਆ ਨੂੰ ਬਣਾਈ ਰੱਖਣ ਦਾ ਜ਼ਿਕਰ ਕੀਤਾ। ਉਦਾਹਰਨ ਵਜੋਂ 2022 ਵਿੱਚ ਜਨਰਲ ਮਿਲਸ ਨੇ ਘੋਸ਼ਣਾ ਕੀਤੀ ਕਿ ਉਹ 2030 ਤੱਕ 10 ਲੱਖ ਹੈਕਟੇਅਰ ਜ਼ਮੀਨ ਤੇ ਰੀਜਨਰੇਟਿਵ ਖੇਤੀਬਾੜੀ ਲਾਗੂ ਕਰਨਗੇ। ਪਰ ਕੰਪਨੀ ਨੇ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਕੀਤਾ ਕਿ ਉਹ ਕਿਸਾਨਾਂ ਲਈ ਸਮਰਥ ਹਾਸਲ ਹਾਲਾਤ ਕਿਵੇਂ ਬਣਾਉਣਗੇ ਅਤੇ ਉਹਨਾਂ ਨੂੰ ਮੁਆਵਜ਼ੇ ਕਿਵੇਂ ਦੇਣਗੇ। एक महत्वपूर्ण पाड़ा बनता है क्योंकि किसान सस्टेनेबल फार्मिंग विच तब्दीली विच मुख्य खिडारी ਹਨ। ਇੱਕ ਵਿਸ਼ਲੇਸ਼ਣ ਦੱਸਦਾ ਹੈ ਕਿ ਵੱਧ ਲੇਬਰ ਲਾਗਤਾਂ ਅਤੇ ਵਧੇਰੇ ਵਿਸ਼ੇਸ਼ ਮਕੈਨੀਕਲ ਉਪਕਰਨਾਂ ਦੀ ਜ਼ਰੂਰਤ ਕਾਰਨ ਰਵਾਇਤੀ ਖੇਤੀਬਾੜੀ ਦੇ ਮੁਕਾਬਲੇ ਰੀਜਨਰੇਟਿਵ ਖੇਤੀਬਾੜੀ ਵਿੱਚ ਮੁਨਾਫਾ ਮਾਰਜਨ $123 ਪ੍ਰਤੀ ਹੈਕਟੇਅਰ ਘੱਟ ਹੈ। ਸਕਾਰਾਤਮਕ ਵਾਤਾਵਰਣ ਦੇ ਨਤੀਜੇ ਤਾਂ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ ਜੇ ਕਿਸਾਨਾਂ ਲਈ ਇਸ ਸਕਾਰਾਤਮਕ ਸਮਾਜਿਕ ਅਤੇ ਆਰਥਿਕ ਨਤੀਜਿਆਂ ਨਾਲ ਜੋੜੇ ਜਾਣ। ਇਹਨਾਂ ਕਾਰਪੋਰੇਟ ਨਤੀਜਿਆਂ ਦੀ ਇੱਕ ਹੋਰ ਵੱਡੀ ਖਾਮੀ ਹੈ ਕਿ ਇਹਨਾਂ ਦਾ ਸਕੋਪ ਕਾਫੀ ਛੋਟਾ ਹੈ। ਇਸ ਲਈ ਇਹ ਡਰ ਹੈ ਕਿ ਇਹ ਹਰੀ ਖੇਤੀ ਵੱਲ ਇਸ ਤਰ੍ਹਾਂ ਦੀ ਸੰਕੀਰਣ ਧਿਆਨ ਵਾਲੀ ਵਾਤਾਵਰਣ ਦੀਆਂ ਹੋਰ ਨੀਤੀਆਂ ਨਾਲ ਹੋਰ ਨਕਾਰਾਤਮਕ ਨਤੀਜੇ ਜਿਨ੍ਹਾਂ ਨੂੰ ਅਸੀਂ ਇਕਨੋਮਿਕਸ ਵਿੱਚ ਐਕਸਟਰਨੈਲਿਟੀਜ਼ ਕਹਿੰਦੇ ਹਨ ਪੈਦਾ ਹੋ ਸਕਦੀਆਂ ਹਨ। ਇੱਕ ਉਦਾਹਰਨ ਮੈਂ ਤੁਹਾਨੂੰ ਦਾਂਗੀ ਕਿ ਹਰੀ ਖੇਤੀ ਦਾ ਇੱਕ ਮੁੱਖ ਉਦੇਸ਼ ਹੈ ਕਿ ਮਿੱਟੀ ਦੀ ਸਿਹਤ ਨੂੰ ਨੋ ਟਿਲ ਫਾਰਮਿੰਗ ਰਾਹੀਂ ਬਣਾਏ ਰੱਖਣਾ। ਪਰ ਹੁਣ ਇਹ ਦੇਖਿਆ ਗਿਆ ਹੈ ਕਿ ਅਜਿਹੀਆਂ ਨੋ ਟਿਲ ਪ੍ਰਥਾਵਾਂ ਨਦੀਨਾਂ ਦੇ ਵਾਧੇ ਦਾ ਕਾਰਨ ਬਣ ਸਕਦੀਆਂ ਹਨ ਜਿਸ ਦੇ ਨਤੀਜੇ ਵਜੋਂ ਕੀਟਨਾਸ਼ਕਾਂ ਦੀ ਵਧੇਰੇ ਤੀਬਰ ਵਰਤੋਂ ਦੀ ਲੋੜ ਪਵੇਗੀ ਅਤੇ ਜੈਵ ਵਿਭਿੰਨਤਾ ਦੇ ਹੋਰ ਨੁਕਸਾਨ ਹੋਣਗੇ। ਇੱਕ ਹੋਰ ਉਦਾਹਰਨ ਵਿਅਕਤੀਗਤ ਖੇਤਾਂ ਵਿੱਚ ਮਿੱਟੀ ਦੇ ਕਾਰਬਨ ਦੇ ਪੱਧਰਾਂ ਨੂੰ ਬਣਾਈ ਰੱਖਣ ਲਈ ਕਾਰਬਨ ਸਿਕੁਐਸਟਰਿੰਗ ਦਾ ਹੈ। ਇਹ ਪ੍ਰਸਤਾਵ ਹੈ ਕਿ ਇਸ ਅਭਿਆਸ ਵਾਤਾਵਰਣ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਨੂੰ ਘੱਟ ਕਰੇਗਾ। ਹਾਲਾਂਕਿ ਅਧਿਐਨ ਇਹ ਦੱਸਦੇ ਹਨ ਕਿ ਕਾਰਬਨ ਸਿਕੁਐਸਟਰਿੰਗ ਲਈ ਨਾਈਟ੍ਰੋਜਨ ਆਧਾਰਿਤ ਖਾਦਾਂ ਦੀ ਵਧੇਰੇ ਤੀਬਰ ਵਰਤੋਂ ਦੀ ਲੋੜ ਹੁੰਦੀ ਹੈ। ਇੱਕ ਅਨੁਮਾਨ ਦੱਸਦਾ ਹੈ ਕਿ ਹਰ 12 ਟਨ ਕਾਰਬਨ ਨੂੰ ਵੱਖ ਕਰਨ ਲਈ 1 ਟਨ ਵਾਧੂ ਨਾਈਟ੍ਰੋਜਨ ਸ਼ਾਮਲ ਕਰਨ ਦੀ ਲੋੜ ਪੈਂਦੀ ਹੈ। ਇਸ ਨਾਲ ਵਾਤਾਵਰਣ ਵਿੱਚ ਨਾਈਟ੍ਰਸ ਆਕਸਾਈਡ ਦੇ ਨਿਕਾਸ ਵਿੱਚ ਵਾਧਾ ਹੋਵੇਗਾ। ਇਹ ਉਦਾਹਰਨ ਦਰਸਾਉਂਦੇ ਹਨ ਕਿ ਵਾਤਾਵਰਣ ਪ੍ਰਣਾਲੀ ਦੇ ਵਿਭਿੰਨ ਭਾਗਾਂ ਵਿਚਕਾਰ ਅੰਤਰ ਸੰਬੰਧਾਂ ਜਾਂ ਇੰਟਰ ਰਿਲੇਸ਼ਨਸ਼ਿਪਸ ਦੇ ਵਿਚਾਰ ਕੀਤੇ ਬਿਨਾਂ ਅਸੀਂ ਇਹੋ ਜਿਹੀਆਂ ਹਰੀ ਖੇਤੀਬਾੜੀ ਦੀ ਨੀਤੀਆਂ ਦਾ ਕੋਈ ਸਸਟੇਨੇਬਲ ਪ੍ਰਭਾਵ ਨਹੀਂ ਪਏਗਾ। ਇਹ ਚਰਚਾ ਤੇ ਕਾਰਪੋਰੇਟਸ ਦੀ ਸੀ ਕਿ ਉਹ ਕਿਵੇਂ ਹਰੀ ਖੇਤੀ ਦੀ ਪਾਲਿਸੀਜ਼ ਲਿਆ ਰਹੇ ਨੇ। ਮੈਂ ਆਪਣੀ ਇਸ ਪੇਪਰ ਵਿੱਚ ਕਈ ਮੁਲਕਾਂ ਵਿੱਚ ਹਰੀ ਖੇਤੀਬਾੜੀ ਪਾਲਿਸੀਆਂ ਜਾਂ ਨੀਤੀਆਂ ਦੇ ਵੀ ਅਧਿਐਨ ਕੀਤਾ ਤੇ ਮੈਂ ਪਾਇਆ ਕਿ ਅਜਿਹੀਆਂ ਖੇਤੀਬਾੜੀ ਨੀਤੀਆਂ ਉਦੋਂ ਅਸਫਲ ਰਹਿੰਦੀਆਂ ਹਨ ਜਦੋਂ ਇਹਨਾਂ ਨੂੰ ਰਾਸ਼ਟਰੀ ਸਰਕਾਰਾਂ ਦੁਆਰਾ ਜ਼ਮੀਨੀ ਪੱਧਰ ਦੇ ਹਿੱਸੇਦਾਰਾਂ ਜਿਨ੍ਹਾਂ ਨੂੰ ਅਸੀਂ ਗਰਾਊਂਡ ਲੈਵਲ ਸਟੇਕਹੋਲਡਰਸ ਕਹਿੰਦੇ ਹਨ ਦੇ ਸਮਰਥਨ ਤੋਂ ਬਿਨਾਂ ਲਾਗੂ ਕੀਤੀਆਂ ਜਾਂਦੀਆਂ ਹਨ। ਖਾਸ ਕਰਕੇ ਸਥਾਨਕ ਕਿਸਾਨਾਂ ਦੀ ਸ਼ਮੂਲੀਅਤ ਤੋਂ ਬਿਨਾਂ ਜਦੋਂ ਇਹਨਾਂ ਨੂੰ ਲਾਗੂ ਕੀਤਾ ਗਿਆ ਹੈ ਇਹ ਕਿਸੇ ਵੀ ਮੁਲਕ ਵਿੱਚ ਸਫਲ ਨਹੀਂ ਰਹੀਆਂ ਹਨ। ਇਸ ਦਾ ਸਭ ਤੋਂ ਵੱਡਾ ਉਦਾਹਰਨ ਸ਼੍ਰੀਲੰਕਾ ਵਿੱਚ ਮਿਲਦਾ ਹੈ ਜਿੱਥੇ ਅਪ੍ਰੈਲ 2021 ਵਿੱਚ ਸ਼੍ਰੀਲੰਕਾ ਦੇ ਉਦੋਂ ਦੇ ਰਾਸ਼ਟਰਪਤੀ ਗੋਟਾਬਾਇਆ ਰਾਜਪਕਸੇ ਨੇ ਆਰਗੈਨਿਕ ਖੇਤੀ ਜਾਂ ਜੈਵਿਕ ਖੇਤੀ ਲਾਗੂ ਕੀਤੀ। ਗੋਟਾਬਾਇਆ ਰਾਜਪਕਸੇ ਨੇ ਆਪਣੇ 2019 ਦੇ ਚੋਣ ਮੈਨੀਫੈਸਟੋ ਵਿੱਚ ਇਹ ਘੋਸ਼ਣਾ ਕੀਤੀ ਕਿ ਅਗਲੇ 10 ਸਾਲਾਂ ਦੀ ਮਿਆਦ ਵਿੱਚ ਸ਼੍ਰੀਲੰਕਾ ਨੂੰ ਆਰਗੈਨਿਕ ਖੇਤੀ ਵਿੱਚ ਤਬਦੀਲ ਕਰ ਦਿੱਤਾ ਜਾਏਗਾ।
ਪਰ April 2021 ਵਿੱਚ ਰਾਜਾਪਕਸੇ ਨੇ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੇ ਐਕਸਪੋਰਟ ਤੇ ਅਚਾਨਕ ਪਾਬੰਦੀ ਲਾ ਦਿੱਤੀ ਤੇ ਸ਼੍ਰੀਲੰਕਾ ਦੇ 20 ਲੱਖ ਕਿਸਾਨਾਂ ਨੂੰ ਆਰਗੈਨਿਕ ਖੇਤੀ ਕਰਨ ਦਾ ਆਦੇਸ਼ ਦਿੱਤਾ। ਇਹ ਦੱਸਿਆ ਗਿਆ ਕਿ ਇਸ ਨੀਤੀ ਨਾਲ ਸ਼੍ਰੀਲੰਕਾ ਨੂੰ ਖਾਦਾਂ ਅਤੇ ਖੇਤੀਬਾੜੀ ਉਪਕਰਨਾਂ ਦੀ ਦਰਾਮਦ ਤੇ 400 ਮਿਲੀਅਨ ਅਮਰੀਕੀ ਡਾਲਰ ਦੀ ਬਚਤ ਹੋਵੇਗੀ। ਹਾਲਾਂਕਿ ਇਸ ਪਾਲਿਸੀ ਦਾ ਇਹ ਨਤੀਜਾ ਰਿਹਾ ਕਿ ਸਤੰਬਰ 2021 ਤੱਕ ਸ਼੍ਰੀਲੰਕਾ ਵਿੱਚ ਝੋਨੇ ਦੇ ਉਤਪਾਦਨ ਵਿੱਚ 20% ਦੀ ਗਿਰਾਵਟ ਆਈ ਤੇ ਦੇਸ਼ ਨੂੰ ਝੋਨੇ ਦੀ ਇੰਪੋਰਟ ਤੇ 450 ਮਿਲੀਅਨ ਅਮਰੀਕੀ ਡਾਲਰ ਖਰਚ ਕਰਨੇ ਪਏ। ਇਸ ਦੇ ਨਾਲ ਹੀ ਚਾਹ ਦਾ ਉਤਪਾਦਨ ਜੋ ਸ਼੍ਰੀਲੰਕਾ ਦਾ ਪ੍ਰਮੁੱਖ ਐਕਸਪੋਰਟ ਸੀ ਉਸ ਵਿੱਚ 18% ਦੀ ਗਿਰਾਵਟ ਆਈ। ਇਸ ਨਾਲ ਸ਼੍ਰੀਲੰਕਾ ਵਿੱਚ ਇੱਕ ਗੰਭੀਰ ਆਰਥਿਕ ਸੰਕਟ ਸ਼ੁਰੂ ਹੋ ਗਿਆ ਤੇ ਇਹ ਮੁਲਕ ਆਪਣੇ 40 ਬਿਲੀਅਨ ਅਮਰੀਕੀ ਡਾਲਰ ਦੇ ਆਪਣੇ ਵਿਦੇਸ਼ੀ ਕਰਜ਼ੇ ਦੀ ਜ਼ਿੰਮੇਵਾਰੀਆਂ ਨੂੰ ਪੂਰਾ ਨਹੀਂ ਕਰ ਪਾਇਆ। ਭੋਜਨ ਦੀ ਭਾਰੀ ਕਮੀ ਹੋ ਗਈ ਤੇ ਮਹਿੰਗਾਈ ਦਰ 55% ਤੱਕ ਪਹੁੰਚ ਗਈ। ਖਾਦ ਦੇ ਐਕਸਪੋਰਟ ਤੇ ਪਾਬੰਦੀ ਆਖਿਰਕਾਰ ਸਤੰਬਰ 2021 ਵਿੱਚ ਹਟਾ ਦਿੱਤੀ ਗਈ ਪਰ ਉਦੋਂ ਤੱਕ ਇਹ ਦੇਸ਼ ਡੂੰਘੇ ਆਰਥਿਕ ਸੰਕਟ ਵਿੱਚ ਡੁੱਬ ਗਿਆ ਸੀ। ਇੱਕ ਹੋਰ ਤਾਜ਼ਾ ਉਦਾਹਰਣ 2019 ਦੇ ਨੀਦਰਲੈਂਡ ਦੇ ਨਾਈਟ੍ਰੋਜਨ ਕ੍ਰਾਈਸਿਸ ਜਾਂ ਨਾਈਟ੍ਰੋਜਨ ਸੰਕਟ ਦਾ ਹੈ। ਨੀਦਰਲੈਂਡਸ ਦੁਨੀਆ ਵਿੱਚ ਖੇਤੀਬਾੜੀ ਉਤਪਾਦਾਂ ਦਾ ਦੂਜਾ ਸਭ ਤੋਂ ਵੱਡਾ ਨਿਰਯਾਤਕ ਹੈ। ਇੱਥੇ ਯੂਰਪ ਵਿੱਚ ਪਸ਼ੂ ਧਨ ਦੀ ਸਭ ਤੋਂ ਵੱਧ ਗਿਣਤੀ ਹੈ। 2020 ਵਿੱਚ ਸਮੁੱਚੇ ਤੌਰ ਤੇ ਯੂਰਪੀਅਨ ਯੂਨੀਅਨ ਵਿੱਚ ਪਸ਼ੂਆਂ ਦੀ ਔਸਤ ਘਣਤਾ 0.7 ਪਸ਼ੂ ਪਰ ਯੂਨਿਟ ਹੈਕਟੇਅਰ ਸੀ ਜਦੋਂ ਕਿ ਨੀਦਰਲੈਂਡਸ ਵਿੱਚ 3.4 ਪਸ਼ੂ ਧਨ ਯੂਨਿਟ ਪ੍ਰਤੀ ਹੈਕਟੇਅਰ ਸੀ। ਨੀਦਰਲੈਂਡਸ ਵਿੱਚ ਪਸ਼ੂ ਪਾਲਕਾਂ ਨੂੰ ਪਿਛਲੇ ਕਈ ਦਹਾਕਿਆਂ ਤੋਂ ਤੀਬਰ ਕਾਸ਼ਤ ਤਰੀਕਿਆਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ ਗਿਆ ਸੀ। ਇਸ ਦਾ ਇਹ ਨਤੀਜਾ ਨਿਕਲਿਆ ਕਿ ਨਾਈਟ੍ਰੋਜਨ ਦੇ ਨਿਕਾਸ ਵਿੱਚ ਕਾਫੀ ਜ਼ਿਆਦਾ ਨਾਈਟ੍ਰੋਜਨ ਦਾ ਨਿਕਾਸ ਕਾਫੀ ਜ਼ਿਆਦਾ ਵੱਧ ਗਿਆ। ਅਨੁਮਾਨ ਲਗਾਇਆ ਗਿਆ ਹੈ ਕਿ ਖੇਤੀਬਾੜੀ ਖੇਤਰ ਨਾਈਟ੍ਰੋਜਨ ਨਿਕਾਸ ਵਿੱਚ 45% ਤੋਂ ਵੱਧ ਲਈ ਜ਼ਿੰਮੇਵਾਰ ਹੈ। 2019 ਵਿੱਚ ਇੱਥੇ ਨੋਟ ਕੀਤਾ ਗਿਆ ਕਿ 162 ਸੁਰੱਖਿਅਤ ਕੁਦਰਤੀ ਭੰਡਾਰ ਅਤੇ ਜਿਨ੍ਹਾਂ ਨੂੰ ਨੈਚੁਰਲ ਰਿਜ਼ਰਵਸ ਕਹਿੰਦੇ ਹਨ ਵਿੱਚ 118 ਵਿੱਚ ਨਾਈਟ੍ਰੋਜਨ ਜਮਾ ਵਾਤਾਵਰਣ ਦੀ ਸੀਮਾ ਤੋਂ 50% ਜ਼ਿਆਦਾ ਸੀ। ਸੋ ਇੱਕ ਸਰਕਾਰੀ ਕਮਿਸ਼ਨ ਬਿਠਾਇਆ ਗਿਆ ਜਿਸਨੇ ਤੈਅ ਕੀਤਾ ਕਿ ਸਾਲ 2030 ਤੱਕ ਨਾਈਟ੍ਰੋਜਨ ਨਿਕਾਸ ਨੂੰ 50% ਤੱਕ ਘਟਾਇਆ ਜਾਏਗਾ। ਇਸ ਵਿੱਚ ਪ੍ਰਸਤਾਵ ਰੱਖਿਆ ਗਿਆ ਕਿ 500 ਤੋਂ 600 ਚੋਟੀ ਦੇ ਪ੍ਰਦੂਸ਼ਕ ਜਿਹੜੇ ਮੁੱਖ ਤੌਰ ਤੇ ਪਸ਼ੂ ਪਾਲਕ ਸਨ ਉਹਨਾਂ ਨੂੰ ਇਸ ਸਾਲ ਦੇ ਅੰਦਰ ਜ਼ਬਰਦਸਤੀ ਖਰੀਦ ਲਿਆ ਜਾਏਗਾ ਤੇ ਉਹਨਾਂ ਦਾ ਕੰਮ ਬੰਦ ਕਰ ਦਿੱਤਾ ਜਾਏਗਾ। ਇਸ ਦੇ ਇਲਾਵਾ 3000 ਪਸ਼ੂ ਪਾਲਕ ਨੂੰ ਸਵੈਚਿਤ ਤੌਰ ਤੇ ਖਰੀਦ ਦੀ ਪੇਸ਼ਕਸ਼ ਕੀਤੀ ਜਾਏਗੀ। ਇਹਨਾਂ ਪਾਲਿਸੀਆਂ ਦਾ ਇਹ ਨਤੀਜਾ ਹੋਇਆ ਕਿ ਇੱਕ ਵੱਡੀ ਵਿਰੋਧ ਪ੍ਰਦਰਸ਼ਨਾਂ ਦੀ ਵੱਡੀ ਲਹਿਰ ਸ਼ੁਰੂ ਹੋ ਗਈ ਕਿਉਂਕਿ ਸੈਂਕੜੇ ਕਿਸਾਨ ਟਰੈਕਟਰਾਂ ਤੇ ਡੱਚ ਰਾਜਧਾਨੀ ਹੇਗ ਵਿੱਚ ਮਾਰਚ ਕਰਨ ਚਲੇ ਗਏ। ਇਹਨਾਂ ਵਿਰੋਧ ਪ੍ਰਦਰਸ਼ਨਾਂ ਨੂੰ ਵੱਡੇ ਮੀਟ ਉਤਪਾਦਕਾਂ ਨੇ ਵੀ ਸਮਰਥਨ ਦਿੱਤਾ ਕਿਉਂਕਿ ਪਸ਼ੂ ਪਾਲਕਾਂ ਦੀ ਗਿਣਤੀ ਘਟਾਉਣ ਦੀ ਪ੍ਰਸਤਾਵਿਤ ਨੀਤੀ ਉਹਨਾਂ ਦੇ ਕਾਰੋਬਾਰ ਹਿੱਤਾਂ ਦੇ ਸਿੱਧੇ ਵਿਰੋਧ ਵਿੱਚ ਸੀ। ਜਿਵੇਂ ਹੀ ਵਿਰੋਧ ਪ੍ਰਦਰਸ਼ਨਾਂ ਨੇ ਜ਼ੋਰ ਫੜਿਆ ਡੱਚ ਸਰਕਾਰ ਨੂੰ ਇਹ ਐਲਾਨ ਕਰਨ ਲਈ ਮਜਬੂਰ ਹੋਣਾ ਪਿਆ ਕਿ ਜ਼ਮੀਨ ਦੀ ਖਰੀਦ ਪੂਰੀ ਤਰ੍ਹਾਂ ਸਵੈਚਿਤ ਹੋਵੇਗੀ। ਹਾਲਾਂਕਿ ਇਹ ਸਮੱਸਿਆ ਦਾ ਹੱਲ ਨਹੀਂ ਨਿਕਲਿਆ ਤੇ ਨੀਦਰਲੈਂਡਸ ਹਾਲੇ ਵੀ ਨਾਈਟ੍ਰੋਜਨ ਸੰਕਟ ਵਿੱਚ
ਫਸਿਆ ਹੋਇਆ ਹੈ। ਨਾਈਟ੍ਰੋਜਨ ਸੰਕਟ ਨੇ ਦੇਸ਼ ਵਿੱਚ ਰਾਜਨੀਤਿਕ ਉਥਲ-ਪੁਥਲ ਵੀ ਲਿਆ ਦਿੱਤੀ। ਪੇਂਡੂ ਖੇਤਰਾਂ ਵਿੱਚ ਨਵੇਂ ਬਣੇ ਸੱਜੇ ਪੱਖੀ ਸਮੂਹਾਂ, ਕਿਸਾਨ ਨਾਗਰਿਕ ਅੰਦੋਲਨ ਅਤੇ ਨਿਊ ਸੋਸ਼ਲ ਕੰਟਰੈਕਟ ਨੇ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕੀਤੀ। ਇਹਨਾਂ ਸੱਜੇ ਪੱਖੀ ਪਾਰਟੀਆਂ ਨੇ ਇਹ ਝੂਠਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਰਿਫਿਊਜੀਜ਼ ਅਤੇ ਸ਼ਰਨਾਰਥੀਆਂ ਲਈ ਪਨਾਹਗਾਹ ਬਣਾਉਣ ਲਈ ਕਿਸਾਨਾਂ ਤੋਂ ਉਹਨਾਂ ਦੀ ਜ਼ਮੀਨ ਖੋਈ ਜਾ ਰਹੀ ਹੈ। ਇਹ ਸਾਰੇ ਉਦਾਹਰਣ ਜਿਹੜੇ ਮੈਂ ਤੁਹਾਨੂੰ ਦਿੱਤੇ ਨੇ ਇਹ ਦਰਸਾਉਂਦੇ ਹਨ ਕਿ ਸਸਟੇਨੇਬਲ ਖੇਤੀਬਾੜੀ ਵੱਲ ਵਧਣ ਦੇ ਕਿਸੇ ਵੀ ਪ੍ਰਸਤਾਵ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਿਸਾਨਾਂ ਨੂੰ ਤਬਦੀਲੀ ਦਾ ਬੋਝ ਸਹਿਣ ਲਈ ਮਜਬੂਰ ਨਾ ਕੀਤਾ ਜਾਵੇ। ਸਸਟੇਨੇਬਲ ਖੇਤੀਬਾੜੀ ਨੀਤੀਆਂ ਦੀ ਜੜ ਸਮਾਜਿਕ ਜੋਖਮ ਮੁਲਾਂਕਣ ਅਤੇ ਖੇਤਰ ਦੇ ਸਥਾਨਕ ਕਿਸਾਨਾਂ ਨਾਲ ਵਿਚਾਰ ਵਟਾਂਦਰੇ ਦੇ ਬਾਅਦ ਹੀ ਬਣਾਈ ਜਾਣੀਆਂ ਚਾਹੀਦੀਆਂ ਹਨ, ਜੋ ਅਜਿਹੀ ਤਬਦੀਲੀ ਦੇ ਸਮਾਜਿਕ ਤੇ ਆਰਥਿਕ ਪ੍ਰਭਾਵਾਂ ਨੂੰ ਸਮਝਿਆ ਜਾ ਸਕੇ। ਤਾਂ ਹੀ ਸੰਪੂਰਨ ਜਾਂ ਹੋਲਿਸਟਿਕ ਖੇਤੀਬਾੜੀ ਨੀਤੀਆਂ ਬਣਾਈਆਂ ਜਾ ਸਕਦੀਆਂ ਹਨ, ਜੋ ਸਕਾਰਾਤਮਕ ਵਾਤਾਵਰਣ ਦੇ ਨਤੀਜਿਆਂ ਨੂੰ ਕਿਸਾਨਾਂ ਲਈ ਸਮਾਜਿਕ ਅਤੇ ਆਰਥਿਕ ਲਾਭਾਂ ਨਾਲ ਜੋੜਦੀਆਂ ਹਨ। ਕੁਝ ਸਾਲਾਂ ਤੋਂ ਇੱਕ ਪ੍ਰਗਤੀਸ਼ੀਲ ਗ੍ਰੀਨ ਫਾਰਮਿੰਗ ਰਣਨੀਤੀ ਜਿਸ ਨੇ ਹਾਲ ਹੀ ਦੇ ਸਾਲਾਂ ਵਿੱਚ ਗਤੀ ਪ੍ਰਾਪਤ ਕੀਤੀ ਹੈ ਉਹ ਹੈ ਐਗਰੋ ਇਕੋਲੋਜੀ। ਐਗਰੋ ਇਕੋਲੋਜੀ ਖੇਤੀਬਾੜੀ ਵਿਗਿਆਨ ਅਤੇ ਵਾਤਾਵਰਣ ਨੂੰ ਖੇਤੀਬਾੜੀ ਸਮਾਜਾਂ ਵਿੱਚ ਵਾਤਾਵਰਣਿਕ ਨਿਆਂ ਅਤੇ ਆਰਥਿਕ ਅਸਮਾਨਤਾ ਨਾਲ ਸੰਬੰਧਿਤ ਵੱਡੀਆਂ ਸਮਾਜਿਕ ਲਹਿਰਾਂ ਨਾਲ ਜੋੜਦੀ ਹੈ। ਐਗਰੋ ਇਕੋਲੋਜੀ ਅਭਿਆਸ ਵੱਖ-ਵੱਖ ਖੇਤਰਾਂ ਦੇ ਗਿਆਨ ਨੂੰ ਜੋੜ ਕੇ ਹੇਠਲੇ ਪੱਧਰ ਤੇ ਡਿਜ਼ਾਈਨ ਦੀ ਪਾਲਣਾ ਕਰਦੇ ਹਨ। ਵਾਤਾਵਰਣ, ਖੇਤੀਬਾੜੀ ਵਿਗਿਆਨ ਅਤੇ ਸਵਦੇਸ਼ੀ ਅਭਿਆਸਾਂ ਅਤੇ ਜੀਵਤ ਤਜਰਬਿਆਂ ਨੂੰ ਸਾਂਝਾ ਕਰਨ ਦੁਆਰਾ ਖਿੱਤੇ ਦੇ ਸਿੱਖਿਆ ਨੂੰ ਉਤਸ਼ਾਹਿਤ ਕਰਦੇ ਹਨ। ਐਗਰੋ ਇਕੋਲੋਜੀ ਪਹਿਲੀ ਵਾਰੀ 1970 ਤੇ 1960 ਦੇ ਦਹਾਕੇ ਵਿੱਚ ਵਿਸ਼ਵ ਭਰ ਵਿੱਚ ਹਰੀ ਕ੍ਰਾਂਤੀ ਦੇ ਮਾਡਲ ਦੇ ਜਵਾਬ ਵਿੱਚ ਉਭਰੀ। ਐਗਰੋ ਇਕੋਲੋਜੀ ਹਰੀ ਕ੍ਰਾਂਤੀ ਦੇ ਉਲਟ ਰਵਾਇਤੀ ਖੇਤੀ ਪ੍ਰਣਾਲੀਆਂ ਦੀ ਨਕਲ ਕਰਦੀ ਹੈ ਅਤੇ ਵਾਤਾਵਰਣ ਪੱਖੋਂ ਵਧੇਰੇ ਨਰਮ ਹੈ। ਇੱਕ ਅਭਿਆਸ ਵਜੋਂ ਐਗਰੋ ਇਕੋਲੋਜੀ ਦੀ ਪਹਿਲੀ ਉਦਾਹਰਣ 1980 ਵਿੱਚ ਬ੍ਰਾਜ਼ੀਲ ਵਿੱਚ ਉਭਰੀ, ਜਿੱਥੇ ਖੇਤੀਬਾੜੀ ਅਰਥਸ਼ਾਸਤਰੀ ਹੋਜ਼ੇ ਲੁਕਜ਼ਨਬਰਗ ਦੁਆਰਾ ਇੱਕ ਖੇਤੀਬਾੜੀ ਵਿਕਾਸ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿੱਚ ਖੇਤੀਬਾੜੀ ਵਿਗਿਆਨੀਆਂ ਅਤੇ ਵਾਤਾਵਰਣ ਵਿਗਿਆਨੀਆਂ ਨੂੰ ਕਿਸਾਨ ਸਮੂਹਾਂ ਅਤੇ NGOs ਨਾਲ ਇਕੱਠਾ ਕੀਤਾ ਗਿਆ। ਇਸ ਅੰਦੋਲਨ ਨੇ ਛੋਟੇ ਕਿਸਾਨਾਂ ਨੂੰ ਹਰੀ ਕ੍ਰਾਂਤੀ ਕਿਸਮ ਦੀ ਕਿਸਾਨੀ ਤੋਂ ਦੂਰ ਆਪਣੀ ਰਵਾਇਤੀ ਖੇਤੀ ਵਿਧੀਆਂ ਤੇ ਵਾਪਸ ਜਾਣ ਦੀ ਪ੍ਰੇਰਣਾ ਦਿੱਤੀ ਅਤੇ ਨਾਲ ਹੀ ਨਾਲ ਉਹਨਾਂ ਨੂੰ ਬਿਹਤਰ ਪਾਣੀ ਅਤੇ ਪਸ਼ੂਧਨ ਪ੍ਰਬੰਧਨ ਦੇ ਬਾਰੇ ਵੀ ਸਿੱਖਿਆ ਦਿੱਤੀ। ਐਗਰੋ ਇਕੋਲੋਜੀ ਮਾਡਲ ਨੂੰ ਕਿਊਬਾ ਵਿੱਚ ਵੀ ਸਫਲਤਾਪੂਰਵਕ ਲਾਗੂ ਕੀਤਾ ਗਿਆ ਹੈ। 1960 ਤੋਂ 1990 ਦੇ ਵਿਚਕਾਰ ਕਿਊਬਾ ਦੀ ਖੇਤੀਬਾੜੀ ਉਦਯੋਗਿਕ ਖੇਤੀਬਾੜੀ ਦੇ ਆਧਾਰ ਤੇ ਸੀ, ਪਰ ਸੋਵੀਅਤ ਯੂਨੀਅਨ ਦੇ ਪਤਨ ਅਤੇ ਅਮਰੀਕਾ ਦੁਆਰਾ ਲਗਾਈਆਂ ਗਈਆਂ ਵਪਾਰ ਪਾਬੰਦੀਆਂ ਦੇ ਨਾਲ ਕਿਊਬਾ ਵਿੱਚ ਰਸਾਇਣਿਕ ਉਪਕਰਨਾਂ ਦੇ ਮੁੱਖ ਸਰੋਤ ਖਤਮ ਹੋ ਗਏ। ਇਹਨਾਂ ਬਾਹਰੀ ਕਾਰਨਾਂ ਕਰਕੇ ਕਿਊਬਾ ਵਿੱਚ ਇੱਕ ਐਗਰੋ ਇਕੋਲੋਜੀ ਕ੍ਰਾਂਤੀ ਨੇ ਜਨਮ ਦਿੱਤਾ। ਇਸ ਪ੍ਰਕਿਰਿਆ ਦੇ ਪਹਿਲੇ ਕਦਮ ਵਿੱਚ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਨੂੰ ਬਾਇਓ ਖਾਦਾਂ ਨਾਲ ਬਦਲਣਾ ਸ਼ਾਮਿਲ ਸੀ। ਕੀੜੀਆਂ ਅਤੇ ਹੋਰ ਬਿਮਾਰੀ ਪੈਦਾ ਕਰਨ ਵਾਲੇ ਪੈਥੋਜਨਸ ਲਈ ਕੀਟ ਪ੍ਰਬੰਧਨ ਹੱਲ ਤਿਆਰ ਕੀਤੇ ਗਏ ਤੇ ਇੱਕ ਐਗਰੋ ਇਕੋਲੋਜੀਕਲ ਲਾਈਟ ਹਾਊਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿੱਚ ਸਰਕਾਰ ਦੀ ਸਹਾਇਤਾ ਅਤੇ ਆਸਾਨ ਕਰਜ਼ੇ ਦੀ ਉਪਲਬਧਤਾ ਰਾਹੀਂ ਸਹਿਕਾਰੀ ਫਾਰਮਾਂ ਵਿੱਚ
ਐਗਰੋ ਇਕੋਲੋਜੀ ਸਿਧਾਂਤ ਲਾਗੂ ਕੀਤੇ ਗਏ। 1990 ਦੇ ਦਹਾਕੇ ਦੇ ਅਖੀਰ ਵਿੱਚ ਇੱਕ ਪ੍ਰੋਗਰਾਮ ਵਿਕਸਿਤ ਕੀਤਾ ਗਿਆ ਜਿਸ ਵਿੱਚ ਖੇਤਰੀ ਕਿਸਾਨ ਪ੍ਰਮੋਟਰ ਬਣ ਗਏ ਅਤੇ ਖੇਤਰ ਦੇ ਕਿਸਾਨਾਂ ਨਾਲ ਉਹਨਾਂ ਨੇ ਆਪਣੇ ਸਕਾਰਾਤਮਕ ਤਜਰਬੇ ਅਤੇ ਕਹਾਣੀਆਂ ਸਾਂਝੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕਿਸਾਨਾਂ ਨੂੰ ਕਿਤਾਬਾਂ, ਬਰੋਸ਼ਰਸ ਅਤੇ ਹੋਰ ਸਿਖਲਾਈ ਸਮੱਗਰੀ ਵੀ ਦਿੱਤੀ ਗਈ। ਇਸ ਦੇ ਹੁਣ ਕਿਊਬਾ ਵਿੱਚ 3 ਲੱਖ ਤੋਂ ਵੱਧ ਛੋਟੇ ਪੱਧਰ ਦੇ ਕਿਸਾਨ ਐਗਰੋ ਇਕੋਲੋਜੀ ਦੇ ਅਨੁਸਾਰ ਖੇਤੀਬਾੜੀ ਕਰਦੇ ਹਨ। ਇਹ ਕਿਊਬਾ ਵਿੱਚ ਸਬਜ਼ੀਆਂ, ਮੱਕੀ, ਬੀਨਸ ਤੇ ਫਲਾਂ ਦੇ 60% ਉਤਪਾਦਨ ਲਈ ਜ਼ਿੰਮੇਵਾਰ ਹਨ। 1993 ਵਿੱਚ ਇੱਕ ਹੋਰ ਐਗਰੋ ਇਕੋਲੋਜੀ ਮੂਵਮੈਂਟ ਨੇ ਜਨਮ ਲਿੱਤਾ ਜਿਹਦਾ ਨਾਂ ਹੈ ਲਾ ਵਾਇਆ ਕੈਂਪੇਸਿਨਾ LVC। ਇਹ ਅੰਦੋਲਨ 81 ਦੇਸ਼ਾਂ ਵਿੱਚ 182 ਕਿਸਾਨ ਸੰਗਠਨਾਂ ਨੂੰ ਇਕੱਠਾ ਕਰਦਾ ਹੈ ਜੋ ਵਿਸ਼ਵ ਭਰ ਵਿੱਚ 200 ਮਿਲੀਅਨ ਛੋਟੇ ਅਤੇ ਦਰਮਿਆਨੇ ਕਿਸਾਨ ਅਤੇ ਪੇਂਡੂ ਬੇਜ਼ਮੀਨੇ ਮਜ਼ਦੂਰਾਂ ਦੀ ਨੁਮਾਇੰਦਗੀਆਂ ਕਰਦੀਆਂ ਹਨ। LVC ਨੇ ਇੱਕ ਅਜਿਹੀ ਜਗ੍ਹਾ ਵਿਕਸਿਤ ਕੀਤੀ ਹੈ ਜਿੱਥੇ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਦੀਆਂ ਕਿਸਾਨ ਸੰਸਥਾਵਾਂ ਬਰਾਬਰ ਦੇ ਪੱਧਰ ਤੇ ਜੁੜੀਆਂ ਹੋਈਆਂ ਹਨ। LVC ਇਸ ਆਧਾਰ ਤੇ ਕੰਮ ਕਰਦਾ ਹੈ ਕਿ ਦੁਨੀਆ ਭਰ ਦੇ ਕਿਸਾਨ ਇੱਕੋ ਜਿਹੀਆਂ ਸਮੱਸਿਆਵਾਂ ਨੂੰ ਸਾਂਝਾ ਕਰਦੇ ਹਨ ਭਾਵੇਂ ਉਹ ਵੱਖ-ਵੱਖ ਖੇਤਰੀ ਹਕੀਕਤਾਂ ਦਾ ਸਾਹਮਣਾ ਕਰ ਰਹੇ ਹਨ। LVC ਕਿਸਾਨਾਂ ਲਈ ਆਪਣੇ ਸੰਘਰਸ਼ਾਂ ਦਾ ਵਿਸ਼ਵੀਕਰਨ ਕਰਨ ਦਾ ਇੱਕ ਪਲੇਟਫਾਰਮ ਬਣ ਗਿਆ ਹੈ। LVC ਨੇ ਛੋਟੇ ਕਿਸਾਨਾਂ ਦੇ ਸ਼ੋਸ਼ਣ ਅਤੇ ਜ਼ੁਲਮ ਵਿਰੁੱਧ ਵਿਸ਼ਵ ਵਿਆਪੀ ਮੁਹਿੰਮਾਂ ਦੀ ਅਗਵਾਈ ਕੀਤੀ ਅਤੇ ਕਾਰਪੋਰੇਟਾਂ ਦੁਆਰਾ ਕਲਾਈਮੇਟ ਸਮਾਰਟ ਐਗਰੀਕਲਚਰ ਵਰਗੀਆਂ ਨੀਤੀਆਂ ਦਾ ਪਰਦਾਫਾਸ਼ ਕੀਤਾ। ਇਸ ਦੇ ਬਜਾਏ ਇਹਨੇ ਇੱਕ ਸਸਟੇਨੇਬਲ ਖੇਤੀਬਾੜੀ ਲਈ ਇੱਕ ਪ੍ਰਣਾਲੀਗਤ ਪਹੁੰਚ ਦੀ ਵਕਾਲਤ ਕੀਤੀ ਜਿਸ ਵਿੱਚ ਨੰਬਰ 1 ਕੁਦਰਤੀ ਸਰੋਤਾਂ ਦੀ ਵਰਤੋਂ ਵਿੱਚ ਸੁਧਾਰ, ਨੰਬਰ 2 ਕੁਦਰਤੀ ਵਾਤਾਵਰਣ ਪ੍ਰਣਾਲੀਆਂ ਦੀ ਸੰਭਾਲ ਅਤੇ ਸੁਰੱਖਿਆ, ਤੀਜਾ ਪੇਂਡੂ ਰੋਜ਼ੀ ਰੋਟੀ ਦੀ ਸੁਰੱਖਿਆ ਅਤੇ ਸੁਧਾਰ, ਚੌਥਾ ਆਰਥਿਕ ਬਰਾਬਰੀ ਅਤੇ ਸਮਾਜਿਕ ਤੰਦਰੁਸਤੀ, ਪੰਜਵਾਂ ਲੋਕਾਂ ਭਾਈਚਾਰਿਆਂ ਅਤੇ ਵਾਤਾਵਰਣ ਪ੍ਰਣਾਲੀਆਂ ਦੀ ਲਚਕੀਲਾਪਣ ਨੂੰ ਵਧਾਉਣ, ਛੇਵਾਂ ਚੰਗੇ ਸ਼ਾਸਨ ਨੂੰ ਬਣਾਈ ਰੱਖਣਾ ਸ਼ਾਮਲ ਸੀ। ਇਹਨਾਂ ਸਿਧਾਂਤਾਂ ਨੂੰ ਸੰਯੁਕਤ ਰਾਸ਼ਟਰ ਅਤੇ FAO ਫੂਡ ਐਂਡ ਐਗਰੀਕਲਚਰਲ ਆਰਗੇਨਾਈਜੇਸ਼ਨ ਵਰਗੀਆਂ ਏਜੰਸੀਆਂ ਦੁਆਰਾ ਸਮਰਥਨ ਦਿੱਤਾ ਗਿਆ ਹੈ। ਸੋ ਐਗਰੋ ਇਕੋਲੋਜੀ ਭਾਵੇਂ ਸਫਲਤਾ ਵਿੱਚ ਕਈ ਸਫਲਤਾ ਦੀਆਂ ਕਹਾਣੀਆਂ ਹਨ ਪਰ ਇਸ ਦੇ ਬਾਵਜੂਦ ਵਿਸ਼ਵ ਵਿਆਪੀ ਇਹ ਸਵਾਲ ਉੱਠਦੇ ਹਨ ਕਿ ਵਿਸ਼ਵ ਵਿਆਪੀ ਭੋਜਨ ਪ੍ਰਣਾਲੀਆਂ ਨੂੰ ਕਿਸ ਹੱਦ ਤੱਕ ਐਗਰੋ ਇਕੋਲੋਜੀ ਰਾਹੀਂ ਬਦਲਿਆ ਜਾ ਸਕਦਾ ਹੈ। ਹੁਣ ਤੱਕ ਇਹ ਐਗਰੋ ਇਕੋਲੋਜੀ ਦੇ ਜਿਹੜੇ ਐਕਸਪੈਰੀਮੈਂਟਸ ਨੇ ਇਹ ਅਭਿਆਸ ਹੋਏ ਨੇ ਇਹ ਛੋਟੇ ਲੈਵਲ ਦੇ ਫਾਰਮਸ ਤੇ ਹੀ ਹੋਏ ਹਨ। ਇਸ ਗੱਲ ਤੇ ਸ਼ੱਕ ਹੈ ਕਿ ਅਜਿਹਾ ਮਾਡਲ ਲਗਾਤਾਰ ਵੱਧ ਰਹੀ ਗਲੋਬਲ ਆਬਾਦੀ ਨੂੰ ਭੋਜਨ ਦੇਣ ਵਿੱਚ ਲੋੜੀਂਦੇ ਉਤਪਾਦਕਤਾ ਪ੍ਰਾਪਤ ਕਰ ਸਕਦਾ ਹੈ ਕਿ ਨਹੀਂ ਕਿਉਂਕਿ ਐਗਰੋ ਇਕੋਲੋਜੀ ਕਾਰਪੋਰੇਟ ਘਰਾਣਿਆਂ ਤੇ ਵੱਡੇ ਕਾਰਪੋਰੇਟ ਕਾਰੋਬਾਰੀਆਂ ਦੇ ਖਿਲਾਫ ਹੈ। ਇਸ ਕਰਕੇ ਇਹਨੂੰ ਅੰਤਰਰਾਸ਼ਟਰੀ ਮੰਚਾਂ ਤੇ ਵੀ ਉਚਿਤ ਧਿਆਨ ਇਹਦੇ ਵੱਲ ਨਹੀਂ ਦਿੱਤਾ ਗਿਆ ਹੈ। ਹਾਲਾਂਕਿ ਅਸੀਂ ਦੇਖਦੇ ਹਾਂ ਕਿ ਅੰਤਰਰਾਸ਼ਟਰੀ ਨੀਤੀ ਵਿਚਾਰ ਵਟਾਂਦਰੇ ਵਿੱਚ ਸਸਟੇਨੇਬਲ ਐਗਰੀਕਲਚਰ ਅਤੇ ਦੂਜੀ ਹਰੀ ਕ੍ਰਾਂਤੀ ਵਰਗੇ ਸ਼ਬਦਾਂ ਦੀ ਵਰਤੋਂ ਕਾਫੀ ਕੀਤੀ ਜਾਂਦੀ ਹੈ ਪਰ ਹੁਣ ਵੀ ਇਹ ਵੱਡੀਆਂ ਖੇਤੀਬਾੜੀ ਕਾਰਪੋਰੇਟ ਲੌਬੀਆਂ ਇਹਨਾਂ ਪਲੇਟਫਾਰਮਾਂ ਤੇ ਹੁਣ ਵੀ ਹਾਵੀ ਹਨ। ਤੁਸੀਂ ਦੇਖੋ ਉਦਾਹਰਨ ਵਜੋਂ ਜਿਹੜੀ ਦੁਬਈ ਵਿੱਚ ਹਾਲ ਹੀ ਵਿੱਚ ਸਮਾਪਤ ਹੋਈ COP28 ਸਿਖਰ ਸੰਮੇਲਨ ਵਿੱਚ ਵੱਡੇ ਕਾਰੋਬਾਰੀ ਅਧਿਕਾਰੀਆਂ ਦੁਆਰਾ ਡੂੰਗੀ ਲੌਬਿੰਗ ਕਾਰਨ ਅੰਤਿਮ ਨੀਤੀ ਦਸਤਾਵੇਜ਼ ਵਿੱਚ ਖੇਤੀਬਾੜੀ ਦੇ GHG ਨਿਕਾਸ ਵਿੱਚ ਕਟੌਤੀ ਦਾ ਕੋਈ ਜ਼ਿਕਰ ਨਹੀਂ ਸੀ। ਦੂਜੇ ਪਾਸੇ ਛੋਟੇ ਕਿਸਾਨਾਂ ਨੂੰ ਅਕਸਰ ਇਹਨਾਂ ਨੀਤੀਗਤ ਵਿਚਾਰ ਵਟਾਂਦਰਿਆਂ ਵਿੱਚ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ।
ਸੋ ਹਰੀ ਖੇਤੀ ਦੇ ਆਲੇ ਦੁਆਲੇ ਬਿਆਨਬਾਜ਼ੀ ਦੇ ਬਾਵਜੂਦ ਅਸੀਂ ਵਿਸ਼ਵ ਵਿਆਪੀ ਭੋਜਨ ਉਤਪਾਦਨ ਦੇ ਆਲੇ ਦੁਆਲੇ ਤੇ ਪ੍ਰਣਾਲੀਗਤ ਮੁੱਦਿਆਂ ਨਾਲ ਨਜਿੱਠਣ ਵਿੱਚ ਹਾਲੇ ਵੀ ਅਸਫਲ ਰਹੇ ਹਾਂ। ਇਸ ਲਈ ਕਿਸਾਨਾਂ ਦੇ ਹਿੱਤਾਂ ਨੂੰ ਸਭ ਤੋਂ ਅੱਗੇ ਰੱਖਣ ਅਤੇ ਮੌਜੂਦਾ ਵਾਤਾਵਰਣ ਨੀਤੀਆਂ ਤੇ ਚੁਣੌਤੀਆਂ ਨਾਲ ਕਿਸਾਨਾਂ ਦੇ ਸਮਾਜਿਕ ਤੇ ਆਰਥਿਕ ਹਿੱਤਾਂ ਨੂੰ ਏਕੀਕ੍ਰਿਤ ਕਰਨ ਦੀ ਲੋੜ ਹੈ। ਤਦੇ ਅਸੀਂ ਕੋਈ ਅਜਿਹੀਆਂ ਪਾਲਿਸੀਜ਼ ਬਣਾ ਸਕਦੇ ਹਾਂ ਜਿਹੜੀ ਸਾਨੂੰ ਸਸਟੇਨੇਬਲ ਐਗਰੀਕਲਚਰ, ਸਸਟੇਨੇਬਲ ਖੇਤੀਬਾੜੀ ਵੱਲ ਲਿਜਾਣ। ਸੋ ਇਹ ਮੇਰਾ ਪੇਪਰ ਸੀ। ਹੁਣ ਮੈਂ ਤੁਹਾਡਾ ਧੰਨਵਾਦ ਸੁਣਨ ਲਈ, ਤੇ ਹੁਣ ਕੋਈ ਜੇ ਤੁਹਾਨੂੰ ਸਵਾਲ ਹੋਣ ਪੇਪਰ ਦੇ ਰਿਲੇਟਡ ਹੋ ਮੈਂ ਲੈਣਾ ਚਾਹਾਂਗੀ। Thanks, Professor Nadia Singh, for such a comprehensive take on the agroecology movement and its various shades in different parts of the world, and to the extent to which it was successful, and the challenges ahead. Thanks a lot. Thank you. So, Professor Gurmukh. ਹਾਂਜੀ, ਮੈਂ ਕਰੂੰਗਾ ਜ਼ਰੂਰ। ਪਹਿਲਾਂ ਤਾਂ ਤੁਹਾਨੂੰ ਮੁਬਾਰਕ ਨਾਦੀਆ, ਤੁਸੀਂ ਬਹੁਤ ਮਿਹਨਤ ਕੀਤੀ ਹੋਈ ਸੀ ਤੇ ਸਾਡੇ ਲਈ ਤਾਂ ਬਹੁਤ ਸਾਰੀਆਂ ਗੱਲਾਂ ਨਵੀਆਂ ਸੀ, ਕਿਉਂਕਿ ਕਈ ਵਾਰ ਇਹ ਹੁੰਦਾ ਕਿ ਜਦੋਂ ਤੁਸੀਂ ਬਿਨਾਂ ਡਾਟੇ ਤੋਂ ਗੱਲ ਕਰਦੇ ਹੋ ਤਾਂ ਉਹ ਗੱਲ ਦਾ ਅਥੈਂਟਿਕ ਆਧਾਰ ਨਹੀਂ ਹੁੰਦਾ ਕੋਈ, ਤੇ ਤੁਸੀਂ ਨਾਲ ਜਿਹੜਾ ਡਾਟਾ ਉਹ ਪ੍ਰੈਜ਼ੈਂਟ ਕੀਤਾ ਉਹਦੇ ਕਰਕੇ ਗੱਲ ਜ਼ਿਆਦਾ ਕਲੀਅਰ ਵੀ ਹੁੰਦੀ ਹੈ ਤੇ ਜ਼ਿਆਦਾ ਗਹਿਰੀ ਵੀ ਹੁੰਦੀ ਹੈ। ਸੋ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਜਿਵੇਂ ਕਿਊਬਾ 'ਚ ਤਾਂ ਚਲੋ ਇਹ ਥੋੜ੍ਹਾ ਮਸਲਾ ਠੀਕ ਰਿਹਾ, ਉੱਥੇ ਨਵੀਂ ਪਾਲਿਸੀ ਖੇਤੀ ਲਾਗੂ ਹੋਈ। ਤੁਸੀਂ ਪੰਜਾਬ ਦਾ ਫਿਊਚਰ ਕਿਵੇਂ ਪ੍ਰੈਡਿਕਟ ਕਰਦੇ ਹੋ, ਪੰਜਾਬ ਦੀ ਐਗਰੀਕਲਚਰ ਦਾ? ਕੀ ਇਹ ਪੂਰੀ ਇੰਡੀਆ ਦੀ ਐਗਰੀਕਲਚਰ ਤੋਂ ਟੁੱਟ ਕੇ ਕੋਈ ਅਲੱਗ ਤਰ੍ਹਾਂ ਨਾਲ ਇਕੱਲੇ ਪੰਜਾਬ ਦੇ ਵਿੱਚ ਕੁਝ ਲਾਗੂ ਹੋ ਸਕਦਾ, ਜਾਂ ਜਿਹੜਾ ਇੰਡੀਅਨ ਨੇਸ਼ਨ ਸਟੇਟ ਆ ਉਹਦੀਆਂ ਪਾਲਿਸੀਜ਼ ਹੀ ਪੰਜਾਬ ਤੇ ਲਾਗੂ ਹੋਣਗੀਆਂ ਤੇ ਕੋਈ ਬਦਲ ਨਹੀਂ ਹੈਗਾ? ਤੀਜੀ ਗੱਲ, ਕਿ ਇੰਡੀਆ ਕੋਈ ਕੋਸ਼ਿਸ਼ ਕਰੂਗਾ ਫਿਊਚਰ ਦੇ ਵਿੱਚ? ਤੁਹਾਨੂੰ ਲੱਗਦਾ ਇਸ ਤਰ੍ਹਾਂ ਤੁਸੀਂ ਪ੍ਰੈਡਿਕਟ ਕਰ ਰਹੇ ਹੋ ਕੁਛ? ਥੈਂਕ ਯੂ ਜੀ। ਇਹ ਸਵਾਲ ਬਹੁਤ ਹੀ ਡੂੰਘੇ ਨੇ, ਤੇ ਕਹਿਣਾ ਚਾਹਾਂਗੀ ਕਿ ਹੁਣ ਜਿਹੜੀ ਇੰਡੀਆ ਵਿੱਚ ਜਿਹੜੀ ਸਰਕਾਰ ਹੈ ਉਹਦੀ ਪਾਲਿਸੀ ਹੈ ਕਿ ਉਹ ਕਾਫੀ ਸੈਂਟਰਲਾਈਜ਼ ਤਰੀਕੇ ਨਾਲ ਚੱਲ ਰਹੀ ਹੈ, ਤੇ ਉਹ ਜਿਹੜਾ ਇੰਡੀਆ ਦਾ ਫੈਡਰਲ ਸਟਰਕਚਰ ਹੈ ਜਿਹਦੇ ਵਿੱਚ ਪਹਿਲੇ ਹਰ ਸਟੇਟ, ਹਰ ਸੂਬਾ ਆਪਣੀ ਪਾਲਿਸੀਜ਼ ਬਣਾ ਰਿਹਾ ਸੀ, ਉਹਦੇ ਤੋਂ ਅਲੱਗ ਹੈ ਹੁਣ ਕਿ ਜਿਹੜੇ ਡਿਫਰੈਂਟ ਸਟੇਟਸ ਨੇ, ਪੰਜਾਬ ਤੇ ਹੋਰ ਸਟੇਟਸ, ਉਹਨਾਂ ਨੂੰ ਇੰਨੀ ਆਟੋਨਮੀ ਨਹੀਂ ਹੈ, ਉਹਨਾਂ ਨੂੰ ਇੰਨੀ ਡਿਪੈਂਡੈਂਸ ਨਹੀਂ ਹੈ, ਤੇ ਉਹਨਾਂ ਕੋਲ ਫੰਡਿੰਗ ਤੇ ਬਜਟਿੰਗ ਦੀ ਉਹ ਸਾਰੀ ਕਮੀ ਹੈ। ਤੇ ਪਰ ਤੁਸੀਂ ਜਿਹੜੀ ਪੰਜਾਬ ਦੀ ਸਰਕਾਰ ਦੇਖੋ, ਉਹਨਾਂ ਦਾ ਵੀ ਕੋਈ ਇਹਦੇ ਵੱਲ ਕੋਈ ਉਹ ਨਹੀਂ ਲੱਗਦਾ ਕਿ ਉਹਨਾਂ ਦੀ ਕੋਈ ਨਿਸ਼ਠਾ ਹੈ ਜਾਂ ਉਹਨਾਂ ਦੀ ਕਮਿਟਮੈਂਟ ਹੈ। ਕਿਉਂਕਿ ਮੈਂ 2021 ਵਿੱਚ ਕਈ ਕਿਸਾਨਾਂ ਦੀ ਇੰਟਰਵਿਊ ਕੀਤੀ ਜਿਨ੍ਹਾਂ ਨੇ ਕਿਹਾ ਕਿ ਸਾਨੂੰ ਸਰਕਾਰ ਨੇ ਪਾਲਿਸੀ ਬਣਾਈ ਹੈ ਕਿ ਉਹ ਜੇ ਤੁਸੀਂ ਉਹ ਦਾਲ ਉਗਾਓਗੇ ਤੇ ਫਿਰ ਤੁਹਾਨੂੰ ਅਸੀਂ ਗੈਰੰਟੀਡ ਮਾਰਕੀਟ ਦਾਂਗੇ, ਪਰ ਫਿਰ ਅਸੀਂ ਉਹ ਦਾਲ ਨੇ ਮੂੰਗੀ ਦੀ ਦਾਲ ਆ ਕਿਹੜੀ ਮੂੰਗੀ ਦੀ ਦਾਲ ਦੀ ਪਾਲਿਸੀ ਸੀ, ਤੇ ਉਹ ਕਿਸਾਨ ਕਹਿੰਦੇ ਕਿ ਬਲਕਿ ਅਸੀਂ ਜਦੋਂ ਪ੍ਰਾਈਵੇਟਲੀ ਉਹਨੂੰ ਵੇਚਦੇ ਸੀ ਤੇ ਸਾਨੂੰ ਜ਼ਿਆਦਾ ਮੁਨਾਫਾ ਮਿਲਦਾ ਸੀ, ਜਦੋਂ ਸਰਕਾਰ ਨੇ ਉਹ MSP ਬਣਾਈ ਤੇ ਫਿਰ ਸਾਡੀ ਕਹਤਾ ਕਿ ਉਹ ਕੁਆਲਿਟੀ ਠੀਕ ਨਹੀਂ ਹੈ ਤੇ ਉਹ ਚੱਕੀ ਵੀ ਨਹੀਂ, ਤੇ ਫਿਰ ਸਾਨੂੰ ਲਾਸ ਹੋ ਗਿਆ। ਸੋ ਮੇਰਾ ਖਿਆਲ ਹੈ ਕਿ ਜਿਹੜੇ ਪੰਜਾਬ ਵਿੱਚ ਕਿਸਾਨ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਨੌਲੇਜ ਹੈ, ਤੇ ਉਹਨਾਂ ਦੀ ਐਸਪੀਰੇਸ਼ਨ ਵੀ ਹੈ ਕਿ ਉਹ ਇਨਵਾਇਰਮੈਂਟਲੀ ਫ੍ਰੈਂਡਲੀ ਟਾਈਪ ਦੀ ਫਾਰਮਿੰਗ ਕਰਨ। ਤੇ ਪੰਜਾਬ ਵਿੱਚ ਜਿਹੜੀ ਫਾਰਮਿੰਗ ਯੂਨੀਅਨਸ ਨੇ ਉਹਨਾਂ ਦੀ ਵੀ ਮੈਂ ਕਾਫੀ ਇੰਟਰਵਿਊਜ਼ ਕੀਤੀਆਂ, ਤੇ ਉਹ ਵੀ ਉਹਨਾਂ ਨੂੰ ਵੀ ਕਾਫੀ ਇਹਦੀ ਚਿੰਤਾ ਹੈ ਕਿ ਇਨਵਾਇਰਮੈਂਟਲ, ਪਰ ਉਹ ਚਾਹੁੰਦੇ ਨੇ ਕਿ ਪਰ ਇਹ ਜਿਹੜੀ ਕਿਊਬਾ ਦੇ ਐਗਜ਼ਾਮਪਲਸ ਤੇ ਹੋਰ ਕੰਟਰੀਜ਼ ਦੇ ਐਗਜ਼ਾਮਪਲਸ ਨਾਲ ਇਹ ਦਿਖਦਾ ਹੈ ਕਿ ਜਦੋਂ ਤੱਕ ਇੰਸਟੀਟਿਊਸ਼ਨਲ ਸਪੋਰਟ ਨਹੀਂ ਹੈ ਕਿਸਾਨਾਂ ਨੂੰ, ਉਹ ਇਹ ਟ੍ਰਾਂਜੀਸ਼ਨ ਨਹੀਂ ਕਰ ਸਕਦੇ। ਸੋ ਇਹਦੇ
ਇਹਦੇ ਲਈ ਉਹ ਸੈਂਟਰਸ ਬਣਾਉਣੇ ਪੈਣਗੇ ਕਿ ਜਿਹੜੇ ਹਰ ਰੀਜਨ ਵਿੱਚ ਜਿਹੜੇ ਬਾਇਓ ਫਰਟੀਲਾਈਜ਼ਰਸ ਬਾਇਓ ਪੈਸਟੀਸਾਈਡਸ ਤੇ ਹਰ ਰੀਜਨ ਵਿੱਚ ਜਿਹੜੇ ਅਸੀਂ ਸਿਰਫ ਮੋਨੋਕਲਚਰ ਜਿਹੜਾ ਹੈ ਕਿ ਰਾਈਸ ਤੇ ਵੀਟ ਇਹਦੇ ਤੋਂ ਅਲੱਗ ਹੋ ਕੇ ਕਿ ਹੋਰ ਕਿਸਮ ਦੇ ਕ੍ਰੌਪਸ ਹੋਰ ਜਿਹੜੇ ਹੋਰ ਚੀਜ਼ਾਂ ਕਿ ਉਗਾ ਸਕੀਏ ਸੋ ਇਹਦੇ ਨਾਲ ਇਹਦੇ ਵਿੱਚ ਜਿਹੜੀ ਸਟੇਟ ਗਵਰਨਮੈਂਟ ਹੈ ਉਹਨੂੰ ਕਾਫੀ ਕਮਿਟਡ ਹੋਣਾ ਪਏਗਾ ਉਹਦੇ ਸਪੋਰਟ ਤੋਂ ਬਿਨਾਂ ਨਹੀਂ ਹੋ ਸਕਦਾ ਕਿਉਂਕਿ ਮੈਂ ਆਪਣੇ ਜਿਹੜੇ ਮੈਂ ਸਟੱਡੀ ਕੀਤੀ ਸੀ ਉਹਦੇ ਵਿੱਚ ਮੈਂ ਵੀ ਦੇਖਿਆ ਕਿ ਕਾਫੀ ਸਾਰੇ ਜਿਹੜੇ ਵੱਡੇ ਕਿਸਾਨ ਨੇ ਉਹ ਡਿਫਰੈਂਟ ਟਾਈਪ ਦੀ ਆਰਗੈਨਿਕ ਖੇਤੀ ਤੇ ਰੀਜਨਰੇਟਿਵ ਖੇਤੀ ਨਾਲ ਵੀ ਐਕਸਪੈਰੀਮੈਂਟ ਕਰ ਰਹੇ ਨੇ ਪਰ ਉਹਨਾਂ ਨੂੰ ਇੰਨੀ ਆਰਥਿਕ ਇਹਦੇ ਤੋਂ ਇਕਨੋਮਿਕ ਇਸ਼ੂ ਨਹੀਂ ਹੈ ਉਹਨਾਂ ਕੋਲ ਹੋਰ ਵੱਡੇ ਲੈਂਡ ਨੇ ਜਿਨ੍ਹਾਂ ਵਿੱਚ ਉਹ ਜੇ ਰਾਈਸ ਤੇ ਵੀਟ ਉਗਾ ਰਹੇ ਨੇ ਤੇ ਉਹਨਾਂ ਕੋਲ ਸਪੇਅਰ ਲੈਂਡ ਹੈ ਜਿੱਥੇ ਉਹ ਕਰ ਰਹੇ ਨੇ ਪਰ ਜਿਹੜੇ ਪੰਜਾਬ ਵਿੱਚ ਜਿਹੜੇ ਮੈਜੋਰਿਟੀ ਦਰਮਿਆਨੇ ਵਰਗ ਦੇ ਕਿਸਾਨ ਨੇ ਜਾਂ ਛੋਟੇ ਕਿਸਾਨ ਨੇ ਉਹਨਾਂ ਲਈ ਇਹ ਪੋਸੀਬਲ ਨਹੀਂ ਹੈ ਸੋ ਉਹਨਾਂ ਨੂੰ ਇਹ ਸਟੇਟ ਸਪੋਰਟ ਦੀ ਲੋੜ ਹੈ ਤੇ ਫਿਰ ਉਹ ਇਹ ਟ੍ਰਾਂਜੀਸ਼ਨ ਕਰ ਸਕਦੇ ਨੇ ਤੇ ਪੰਜਾਬ ਐਕਚੁਅਲੀ ਜਿਹਨੂੰ ਕਹਿੰਦੇ ਨੇ ਨਿਊ ਗ੍ਰੀਨ ਰੈਵੋਲੂਸ਼ਨ ਉਹਦਾ ਵੈਸੇ ਐਗਜ਼ਾਮਪਲ ਬਣ ਸਕਦਾ ਹੈ ਕਿਉਂਕਿ ਲੋਕਾਂ ਵਿੱਚ ਇਹਦੀ ਕਾਫੀ ਐਸਪੀਰੇਸ਼ਨ ਹੈ ਤੇ ਲੋਕਾਂ ਵਿੱਚ ਸਮਝ ਵੀ ਹੈ ਜੇ ਸਟੇਟ ਸਪੋਰਟ ਕਰੇ ਤਾਂ ਹਾਂਜੀ ਇੱਕ ਡਾਕਟਰ ਨਾਦੀ ਇੱਕ ਹੋਰ ਗੱਲ ਮੈਂ ਪੁੱਛਣੀ ਚਾਹਣਾ ਕਿ ਇੱਕ ਦੌਰ ਸੀ ਜਦੋਂ ਜਿਹੜੇ ਇਕੋਨੋਮਿਸਟ ਸੀ ਉਹਨਾਂ ਦਾ ਸਟੇਟ ਪਾਲਿਸੀਜ਼ ਦੇ ਵਿੱਚ ਬਹੁਤ ਦਖਲ ਹੁੰਦਾ ਸੀ ਜਿਹੜੇ ਐਕਡੈਮਿਸ਼ੀਅਨਸ ਇਕੋਨੋਮਿਸਟ ਹੁੰਦੇ ਸੀ ਤੁਸੀਂ ਕਿਵੇਂ ਦੇਖਦੇ ਹੋ ਜਦੋਂ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਤੇ ਇੰਗਲੈਂਡ ਦੇ ਵਿੱਚ ਯੂਕੇ ਦੇ ਵਿੱਚ ਕਿ ਤੁਹਾਡਾ ਇਕੋਨੋਮਿਸਟ ਦਾ ਕਿੰਨਾ ਕੁ ਦਖਲ ਆ ਜਦੋਂ ਕੋਈ ਸਟੇਟ ਪਾਲਿਸੀ ਬਣਾਉਂਦੀ ਆ ਜਾਂ ਕਿ ਉੱਥੇ ਜਿਹੜੀ ਇੰਡਸਟਰੀ ਆ ਜਾਂ ਕੈਪੀਟਲਿਸਟ ਵਰਲਡ ਆ ਉਹੀ ਮਤਲਬ ਡੋਮੀਨੇਟ ਕਰਦਾ ਸਾਰੀਆਂ ਪਾਲਿਸੀਜ਼ ਐਕਚੁਅਲੀ ਤੁਸੀਂ ਇੰਗਲੈਂਡ ਤੇ ਇੰਡੀਆ ਦਾ ਕੰਪੈਰੀਜ਼ਨ ਨਹੀਂ ਕਰ ਸਕਦੇ ਕਿਉਂਕਿ ਇੰਗਲੈਂਡ ਵੀ ਵੈਸੇ ਕੈਪੀਟਲਿਸਟ ਮੁਲਕ ਹੈ ਤੇ ਇੱਥੇ ਇੰਡਸਟਰੀ ਤੇ ਜਿਹੜੇ ਬਿਜ਼ਨੈਸਸ ਨੇ ਇਹਨਾਂ ਦੇ ਜਿਹੜੇ ਇੰਟਰਸਟ ਨੇ ਇਹਨਾਂ ਨੂੰ ਹਮੇਸ਼ਾ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਂਦੀ ਹੈ ਪਰ ਇੱਥੇ ਕਿਉਂਕਿ ਇੱਥੇ ਜਿਹੜੇ ਇੰਸਟੀਟਿਊਸ਼ਨਲ ਸਟਰਕਚਰਸ ਨੇ ਉਹ ਕਾਫੀ ਮਤਲਬ ਸਟਰੋਂਗ ਨੇ ਕਿਉਂਕਿ ਇੱਥੇ ਜਿਹੜੇ ਕੋਰਟਸ ਨੇ ਉਹ ਜੇ ਸਰਕਾਰੀ ਪਾਲਿਸੀਜ਼ ਕੋਈ ਗਲਤ ਹੋਣ ਤੇ ਉਹਨਾਂ ਨੂੰ ਨਿਗੇਟ ਕਰ ਦਿੰਦੇ ਨੇ ਜਿਹੜਾ ਇੱਥੋਂ ਦਾ ਸੈਂਟਰਲ ਬੈਂਕ ਸਾਡੇ ਇੰਡੀਆ ਵਿੱਚ RBI ਹੈ ਇੱਥੋਂ ਦਾ ਜਾਂ ਸੈਂਟਰਲ ਬੈਂਕ ਹੈ ਉਹ ਗਵਰਨਮੈਂਟ ਤੋਂ ਇੰਡੀਪੈਂਡੈਂਟ ਹੈ ਤੇ ਉਹ ਕਈ ਵਾਰੀ ਜਿਹੜੀ ਗਵਰਨਮੈਂਟ ਦੀ ਨੀਤੀਆਂ ਹੁੰਦੀਆਂ ਨੇ ਜਿਹੜੀਆਂ ਨਹੀਂ ਠੀਕ ਹੁੰਦੀਆਂ ਤੇ ਉਹ ਵੀ ਉਹਨਾਂ ਵਿੱਚ ਦਖਲ ਦੇ ਸਕਦਾ ਹੈ ਪਰ ਇੰਡੀਆ ਵਿੱਚ ਜ਼ਿਆਦਾ ਜਿਹੜੀ ਪਾਵਰ ਹੈ ਉਹ ਮੋਨੋਪੋਲਾਈਜ਼ਡ ਹੈ ਸੋ ਇੰਡੀਆ ਵਿੱਚ ਜਿਹੜੇ ਕੋਰਟਸ ਨੇ ਜਾਂ ਜਿਹੜੀ ਇਕਨੋਮਿਕ ਇੰਸਟੀਟਿਊਸ਼ਨਸ ਨੇ ਉਹਨਾਂ ਵਿੱਚ ਇੰਨੀ ਉਹ ਨਹੀਂ ਹੈ ਹੁਣ ਆਟੋਨਮੀ ਕਿ ਉਹ ਜਿਹੜੀ ਸਰਕਾਰੀ ਪਾਲਿਸੀਜ਼ ਨੂੰ ਕਰ ਸਕੇ ਜਿਹੜੀ ਇੰਡੀਆ ਵਿੱਚ ਤੁਸੀਂ ਦੇਖੀ ਹੋਏਗੀ ਜਿਹੜੀ ਡੀਮੋਨੇਟਾਈਜੇਸ਼ਨ ਪਾਲਿਸੀ ਜਿਹਦੇ ਕਰਕੇ ਕਾਫੀ ਨੁਕਸਾਨ ਹੋਇਆ ਤੇ ਉਹ ਇਕਨੋਮਿਕਲੀ ਸਾਊਂਡ ਪਾਲਿਸੀ ਨਹੀਂ ਸੀ ਪਰ ਉਹਦਾ ਫਿਰ ਪਹਿਲੇ ਕਿਸੇ ਕ੍ਰਿਟਿਸਿਜ਼ਮ ਨਹੀਂ ਹੋਇਆ ਆ ਸੋ ਇਹ ਵੀ ਇੱਕ ਅਸੀਂ ਬਹੁਤ ਮਹਿਸੂਸ ਕਰਦੇ ਹੁੰਦੇ ਆ ਕਿ ਹੁਣ ਸਾਡਾ ਦਖਲ ਜਿਹੜਾ ਹੈਗਾ ਐਕਡੈਮਿਸ਼ੀਅਨਸ ਦਾ ਉਹ ਸਟੇਟ ਦੀ ਰਨਿੰਗ ਦੇ ਵਿੱਚ ਦਖਲ ਬਹੁਤ ਘਟ ਰਿਹਾ ਹਾਂਜੀ ਜਿਵੇਂ ਉਹਨਾਂ ਨੂੰ ਲੋੜ ਹੀ ਨਹੀਂ ਰਹੀ ਹੁਣ ਸਾਡੀ ਵੀ ਕੀ ਸੋਚਦੇ ਆ ਕੀ ਨਹੀਂ ਸੋਚਦੇ ਹੈਗੇ ਹਾਰਡਲੀ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਹਾਂਜੀ ਧਰਮਜੀਤ ਨਹੀਂ ਸਰ ਬਹੁਤ ਵਧੀਆ ਰਿਹਾ ਮੇਰਾ ਤਾਂ ਜਸਟ ਇੱਕ ਕੁਐਰੀਜ਼ ਹੀ ਸੀ ਮੈਂ ਕੁਐਸਚਨਸ ਤਾਂ ਨਹੀਂ ਹੈਗੇ ਨੇ ਅਮਰੀਕਨ ਜਿਹੜਾ ਐਕਸਪੀਰੀਅੰਸ ਹੈ ਐਗਰੀਕਲਚਰ ਦਾ ਉਹ ਤੁਹਾਡਾ ਤੁਸੀਂ ਉਹਦੇ ਤੇ ਦੇਖਿਆ ਬਿਕੋਜ਼ ਅਸੀਂ ਇੱਕ ਯੰਗ ਸਕਾਲਰ ਹੀ ਨੇ ਪ੍ਰੋਫੈਸਰ ਗੁਰਰੀਤ ਬਰਾੜ ਉਹਨਾਂ ਨੂੰ ਵੀ ਬੁਲਾਇਆ ਸੀ ਤੇ ਐਂਡ ਹੀ ਇਜ਼ ਫਰਮ ਕੈਲੀਫੋਰਨੀਆ ਤੇ ਉਹ ਕੈਲੀਫੋਰਨੀਆ ਉਹੀ ਜਗ੍ਹਾ ਹੈ ਜਿੱਥੇ ਕਾਫੀ ਐਗਰੀਕਲਚਰ ਨੂੰ ਉਹਨਾਂ ਨੇ ਕਾਫੀ ਮੈਨੇਜ ਕੀਤਾ ਜਾਂ ਸਾਰਾ ਸਸਟੇਨ ਕੀਤਾ ਤੇ ਅਮਰੀਕਾ ਹੈਜ਼ ਬੀਨ ਦ ਮਾਡਲ ਫॉर द ਵਰਲਡ ਤੇ ਉੱਥੇ ਲਾਰਜ ਸਕੇਲ ਇੰਡਸਟਰੀਅਲ ਐਗਰੀਕਲਚਰ ਹੀ ਹੁੰਦਾ ਮਤਲਬ ਉੱਥੇ ਹੋਰ ਨਹੀਂ ਹੁੰਦਾ ਮਤਲਬ ਕੁਛ ਮਤਲਬ ਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਉਹਨਾਂ ਨੇ ਕਿਸੇ ਤਰ੍ਹਾਂ ਮੈਨੇਜ ਕੀਤਾ ਕਿਉਂਕਿ ਗੁਰਰੀਤ ਬਰਾੜ ਜੀ ਦਾ ਬੜਾ ਇੰਟਰਸਟਿੰਗ ਟੇਕ ਸੀ ਕਿ ਆਪਾਂ ਇਹਨੂੰ ਕਈ ਪੋਸਿਬਿਲਿਟੀਜ਼ ਹੋਰ ਨੇ ਜਿਹਦੇ ਥਰੂ ਸਸਟੇਨ ਕੀਤਾ ਜਾ ਸਕਦਾ ਉਹਨਾਂ ਨੇ ਬਿਕੋਜ਼ ਹੀ ਹੈਜ਼ ਬੀਨ ਡੂਇੰਗ ਰਿਸਰਚ ਇਨ ਦਿਸ ਰਿਗਾਰਡ ਓਨਲੀ ਉਹ ਤੁਸੀਂ ਥੋੜਾ ਜਿਹਾ ਉਹਦੇ ਚ ਦੇਖਿਆ ਕਿ ਉਹ ਕਿਵੇਂ ਕਰਦੇ ਨੇ ਮਤਲਬ ਹਾਊ ਹੈਵ ਦੇ ਬੀਨ ਏਬਲ ਟੂ ਮੈਨੇਜ ਦਿਸ
ਜੇ ਮੈਨੂੰ ਅਮਰੀਕਾ ਵਿੱਚ ਸਸਟੇਨੇਬਲ ਫਾਰਮਿੰਗ ਦੇ ਐਕਸਪੈਰੀਮੈਂਟਸ ਬਾਰੇ ਜ਼ਿਆਦਾ ਨਹੀਂ ਪਤਾ, ਪਰ ਮੈਨੂੰ ਇਹ ਪਤਾ ਹੈ ਕਿ ਅਮਰੀਕਾ ਵਿੱਚ 1970s ਤੋਂ ਇੰਡਸਟਰੀਅਲ ਟਾਈਪ ਫਾਰਮਿੰਗ ਹੈ, ਤੇ ਜਿਹੜੇ ਵੱਡੇ ਕਾਰਪੋਰੇਟਸ ਨੇ, ਵੱਡੇ, ਕਿਉਂਕਿ ਉੱਥੇ ਲਾਈਵ ਸਟਾਕ ਫਾਰਮਿੰਗ ਬਹੁਤ ਜ਼ਿਆਦਾ ਹੈ, ਤੇ ਜਿਹੜੇ ਵੱਡੇ ਕਾਰਪੋਰੇਟਸ ਨੇ ਇਹ ਸਾਰੇ ਇਹਨਾਂ ਕੋਲ ਹਜ਼ਾਰਾਂ ਏਕੜ ਲੈਂਡ ਨੇ, ਤੇ ਇਹਦੇ ਤੇ ਆਪਣੀ ਉਹ ਕਰਦੇ ਨੇ ਖੇਤੀਬਾੜੀ, ਫਿਰ ਉਹ ਆਪਣਾ ਹੀ ਪ੍ਰੋਸੈਸਿੰਗ ਕਰਦੇ ਨੇ, ਆਪਣਾ ਫੂਡ ਪ੍ਰੋਡਕਸ਼ਨ ਕਰਦੇ ਨੇ। ਇਹ ਉਹੀ ਮਾਡਲ ਹੈ ਜਿਹੜਾ ਪੰਜਾਬ ਇੰਡੀਆ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਹਦੇ ਬੜੇ ਉਹ ਕਿਸਾਨ ਪ੍ਰੋਟੈਸਟਸ ਹੋਏ, ਕਿਉਂਕਿ ਜਿਹੜੇ ਉਹ ਤੁਸੀਂ ਕਹਿ ਰਹੇ ਸੀ ਕਿ ਉਹ ਅਡਾਨੀਜ਼ ਦੀ ਤੇ ਅੰਬਾਨੀ ਦੀ ਜੇ ਬਿਗ ਕਾਰਪੋਰੇਟ ਸਟਾਈਲ ਜਿਹੜੀ ਫਾਰਮਿੰਗ ਹੈ ਉਹ ਅਮਰੀਕਾ ਵਿੱਚ ਜ਼ਿਆਦਾ ਹੈ, ਤੇ ਅਮਰੀਕਾ ਵਿੱਚ ਜਿਹੜੇ ਉਹ ਛੋਟੇ ਕਿਸਾਨ ਨੇ ਉਹ ਆਲਮੋਸਟ ਖਤਮ ਹੋ ਗਏ ਨੇ, ਜਿਹਦੇ ਕਹਿ ਰਹੇ ਨੇ ਕਿ ਇਹ ਬੁਢਾਪੇ ਦਾ ਕਿੱਤਾ ਹੈ, ਕਿਉਂਕਿ ਉਹ ਜਿਹੜੇ ਵੱਡੀ ਉਮਰ ਦੇ ਥੋੜੇ ਲੋਕ ਰਹਿ ਗਏ ਨੇ, ਪਰ ਉਹਨਾਂ ਦੀ ਅਗਲੀ ਜਨਰੇਸ਼ਨਸ, ਕਿਉਂਕਿ ਉਹ ਫਾਰਮਿੰਗ ਜੇ ਤੁਸੀਂ ਛੋਟੇ ਹੋ ਤੇ ਤੁਹਾਡੇ ਵਾਸਤੇ ਇਟਸ ਅ ਲਾਸ ਮੇਕਿੰਗ ਥਿੰਗ, ਤੇ ਉਹ ਤੁਹਾਡੇ ਵਾਸਤੇ ਪ੍ਰੋਫਿਟੇਬਲ ਨਹੀਂ ਹੈ। ਆਫ ਕੋਰਸ ਅਮਰੀਕਾ ਵਿੱਚ ਸਸਟੇਨੇਬਲ ਫਾਰਮਿੰਗ ਦੇ ਹੋਣਗੇ ਐਕਸਪੈਰੀਮੈਂਟਸ, ਜਿਹੜੇ ਗ੍ਰੀਨ ਫਾਰਮਿੰਗ ਦੇ, ਰੀਜਨਰੇਟਿਵ ਐਗਰੀਕਲਚਰ ਦੇ, ਪਰ ਇਹ ਇੰਡੀਵਿਜੂਅਲਸ ਕਈ ਕਰ ਰਹੇ ਹੋਣਗੇ ਜਿਹੜੇ, ਪਰ ਇਹ ਇੰਜ ਨਹੀਂ ਹੈ ਕਿ ਉੱਥੇ ਮਤਲਬ ਐਜ਼ ਅ ਗਵਰਨਮੈਂਟ ਪਾਲਿਸੀ ਕੋਈ ਹੈ regenerate. It will be individual ਜਿਹੜੇ farmers who are experimenting with these things, ਪਰ ਇਹਦੇ ਬਾਰੇ ਮੈਂ ਇੰਨੀ ਰਿਸਰਚ ਨਹੀਂ ਕੀਤੀ ਕਿ ਉਹਨਾਂ ਦੇ ਕਿੰਨੇ ਸਕਸੈਸਫੁਲ ਨੇ ਜਾਂ ਕਿੰਨੇ ਤੁਸੀਂ ਬੜੀ ਕਿਊਬਾ ਵਾਲਾ ਕੇਸ ਤਾਂ ਬੜਾ ਸਪੈਸੀਫਿਕ ਹੈ। ਆਈ ਥਿੰਕ ਕਿਊਬਾ ਗਲੋਬਲ ਮਾਰਕੀਟ ਦਾ ਐਵੇਂ ਸਿੱਧਾ ਪਾਰਟ ਨਹੀਂ ਹੈਗਾ, ਤੇ ਉਹ ਅਲਾਉ ਵੀ ਨਹੀਂ ਕਰਦੇ ਗਲੋਬਲ ਮਾਰਕੀਟ ਦੇ ਇੰਟਰਫੇਰੈਂਸ। ਉਹ ਬੜੀ ਪ੍ਰੋਟੈਕਟਡ ਜੀ ਸਪੇਸ ਹੈ, ਚੰਗੀ ਹੈ ਮਾੜੀ। ਹਾਂਜੀ, ਪਰ ਇਹ ਹੋਰ ਐਗਰੋ ਇਕੋਲੋਜੀ ਐਕਸਪੈਰੀਮੈਂਟ ਹੈ, ਹੋਰ ਕਈ ਜਿਹੜੀ ਲੈਟਿਨ ਅਮਰੀਕਨ ਕੰਟਰੀਜ਼ ਨੇ, ਬ੍ਰਾਜ਼ੀਲ ਹੈ, ਇਹਨਾਂ ਵਿੱਚ ਵੀ ਹੋ ਰਿਹਾ ਹੈ। ਮਤਲਬ ਇਹਨਾਂ ਵਿੱਚ ਇਹ ਸਟੇਟ ਪਾਲਿਸੀ ਨਹੀਂ ਹੈ, ਇਹਨਾਂ ਵਿੱਚ ਇੰਡੀਵਿਜੂਅਲ ਗਰੁੱਪਸ ਨੇ, NGOs ਤੇ ਉਹ ਜਿਹੜੇ ਫਾਰਮਿੰਗ ਯੂਨੀਅਨਸ, ਉਹ ਸਾਰੇ ਮਿਲ ਕੇ ਕਰ ਰਹੇ ਨੇ, ਤੇ ਉੱਥੇ ਵੀ ਇਹਦੇ ਕਈ ਸਕਸੈਸਫੁਲ ਐਗਜ਼ਾਮਪਲਸ ਨੇ, ਤੇ ਈਵਨ ਯੂਰਪ ਵਿੱਚ ਵੀ ਕਈ ਜਗ੍ਹਾ ਤੇ, ਜਰਮਨੀ ਵਿੱਚ ਜੇ ਐਗਰੋ ਇਕੋਲੋਜੀ ਦੇ ਐਕਸਪੈਰੀਮੈਂਟਸ ਹੋ ਰਹੇ ਨੇ, ਤੇ ਇਹਨੂੰ ਤਾਂ UN ਤੇ ਉਹ ਸਾਰੀ ਏਜੰਸੀਜ਼ ਵੀ ਕਹਿ ਰਹੀਆਂ ਨੇ ਕਿ ਅੱਛੇ ਨੇ, ਪਰ ਇਹ ਵੀ ਇਹੀ ਮਾਡਲ ਹੈ ਜਿਹੜਾ ਮੈਂ ਲਾਸਟ ਵਿੱਚ ਕਿਹਾ ਕਿ ਇਹਦੇ ਬਾਰੇ ਵੀ ਸਵਾਲ ਨੇ ਕਿ ਵੱਡੇ ਸਕੇਲ ਤੇ ਕਿੰਨਾ ਕੁ ਐਪਲੀਕੇਬਲ ਹੈ, ਕਿਉਂਕਿ ਛੋਟੇ ਛੋਟੇ ਫਾਰਮਸ ਤੇ ਇਹੋ ਜਿਹੇ ਐਕਸਪੈਰੀਮੈਂਟਸ ਹੋ ਰਹੇ ਨੇ, ਪਰ ਇਹ ਪੂਰੀ ਤਰ੍ਹਾਂ ਨਾਲ ਇਹਨੂੰ ਐਗਰੀਕਲਚਰ ਨੂੰ ਟ੍ਰਾਂਸਫਾਰਮ ਕਰਨਾ। this point is really interesting ਕਿ ਵੱਡੇ ਸਕੇਲ ਤੇ ਨਹੀਂ ਹੋ ਸਕਦਾ, ਕਿਉਂਕਿ ਜੇ ਵੱਡੇ it implies ਕਿ ਜਿਹੜੀ ਸਟੇਟ ਹੈ, ਕੰਟੈਂਪਰਰੀ ਸਟੇਟ ਹੈ, ਉਹਨੂੰ ਟੁੱਟਣਾ ਪਏਗਾ। ਹਾਂਜੀ, ਵੱਡੇ ਸਕੇਲ ਤੇ ਨਹੀਂ ਹੋ ਸਕਦਾ। ਤੇ ਜਿਹੜੀ ਕੰਟੈਂਪਰਰੀ ਸਟੇਟ ਫਾਰਮ ਹੈ ਉਹ ਮਾਸ ਸੋਸਾਇਟੀ ਹੈਗੀ, ਉਹ ਮਾਸ ਉਹ ਸੈਂਟਰਲਾਈਜ਼ ਕਰਦੀ ਹੈ, ਤੇ ਸੈਂਟਰਲਾਈਜੇਸ਼ਨ ਦੇ ਪ੍ਰੋਸੈਸ ਨਾਲ ਇਹ ਚੱਲ ਨਹੀਂ ਸਕਦਾ। ਚਲੋ ਆਪਾਂ ਲਾਸਟ ਗੱਲ ਕਰਕੇ ਫਿਰ ਆਪਾਂ ਨਿਬੇੜਦੇ ਹਾਂ। ਮੈਂ ਸਮਝ ਲਓ ਕਿ ਸੁਝਾਅ ਸਮਝ ਲਓ ਜਾਂ ਕੁਝ ਵੀ, ਕਿ ਇੱਕ ਹੁਣ ਲੋਕਾਂ ਨੇ ਇਹ ਵੀ ਸੋਚਣਾ ਸ਼ੁਰੂ ਕੀਤਾ ਪਿਛਲੇ ਜ਼ਮਾਨੇ ਤੋਂ, ਕੁਝ ਥਿਊਰੀ ਅਸੀਂ ਤਾਂ ਲਿਟਰੇਚਰ ਵਾਲੇ ਜਾਣਦੇ ਹਾਂ, ਧਰਮਜੀਤ ਵੀ ਜਾਣਦੇ, ਕਿ ਪੋਸਟ ਹਿਊਮਨਿਜ਼ਮ ਦੀ ਗੱਲ ਹੋ ਰਹੀ ਹੈ, ਕਿ ਜਦੋਂ ਅਸੀਂ ਸਾਰੀਆਂ ਚੀਜ਼ਾਂ ਦੀ ਗੱਲ ਕਰਦੇ ਹਾਂ ਤਾਂ ਉਹਦੇ ਕੇਂਦਰ ਦੇ ਵਿੱਚ ਮਨੁੱਖ ਰਹਿੰਦਾ, ਤੇ ਜਿਹੜੀਆਂ ਬਾਕੀ ਸਪੀਸੀਜ਼ ਨੇ ਜਾਂ ਈਵਨ ਮਸ਼ੀਨਸ ਨੇ, ਉਹਨਾਂ ਬਾਰੇ ਉਹਨਾਂ ਦੇ ਨੁਕਤਾ ਨਜ਼ਰ ਤੋਂ ਕਦੇ ਸੋਚਿਆ ਨਹੀਂ ਜਾਂਦਾ ਹੈਗਾ। ਜਿਵੇਂ ਪਸ਼ੂ ਨੇ ਸਾਡੇ ਕੋਲ, ਹੁਣ ਪਸ਼ੂਆਂ ਦਾ ਆਪਦਾ ਕੀ ਆ ਅਸੀਂ ਉਹ ਨਹੀਂ ਦੇਖਦੇ, ਬੰਦਿਆਂ ਲਈ ਕਿਵੇਂ ਯੂਜ਼ਫੁਲ ਨੇ ਅਸੀਂ ਉਸੇ ਤਰੀਕੇ ਨਾਲ ਦੇਖ, ਇਸੇ ਕਰਕੇ ਉਹਨਾਂ ਨੂੰ ਕੇਜਸ ਦੇ ਵਿੱਚ ਰੱਖਿਆ, ਇਸੇ ਕਰਕੇ ਉਹਨਾਂ ਨੂੰ ਅਸੀਂ ਬੁਰੀ ਤਰ੍ਹਾਂ ਨਪੀੜਿਆ। ਮਤਲਬ ਅਮਰੀਕਾ ਦੇ ਵਿੱਚ ਜਿਹੜੇ ਵੱਡੇ ਵੱਡੇ ਮੁਰਗੀ ਫਾਰਮ ਨੇ, ਤੁਸੀਂ ਦੇਖ ਲਓ ਕੀ ਹਾਲਤ ਆ ਉਹਨਾਂ ਦੀ, ਜਾਂ ਬਾਕੀ ਜਾਨਵਰਾਂ ਵਾਲੇ ਵੀ। ਸੋ ਜੇ ਅਸੀਂ ਗ੍ਰੀਨ ਫਾਰਮਿੰਗ ਕਰਨੀ ਆ ਤਾਂ ਸਾਨੂੰ ਪੋਸਟ ਹਿਊਮਨਿਜ਼ਮ ਵੱਲ ਵੀ ਜਾਣਾ ਪਊਗਾ। ਜਿਹੜੀ ਸਾਡੀ ਹਿਊਮਨ ਸੈਂਟਰਡ ਅਪਰੋਚ ਆ ਉਹਦੇ ਤੇ ਵੀ ਪ੍ਰਸ਼ਨ ਲਾਉਣਾ ਪਊਗਾ, ਨਹੀਂ ਤਾਂ ਫਿਰ ਅਸੀਂ ਸਾਰਾ ਕੁਝ ਉਸੇ ਤਰੀਕੇ ਨਾਲ ਕਰੀ ਜਾਵਾਂਗੇ। ਜੇ ਤੁਸੀਂ ਇਹ ਪੋਸਟ ਹਿਊਮਨਿਜ਼ਮ ਕਹਿ ਰਹੇ ਹੋ, ਮੈਂ ਵੀ ਆਪਣੀ ਸਟੱਡੀ ਵਿੱਚ, ਆਪਣੇ PhD ਵਿੱਚ ਵੀ ਕੀਤਾ ਸੀ, ਇਹਨੂੰ ਬਾਇਓਲੋਜੀਕਲ ਇਗੈਲਿਟੇਰੀਅਨਿਜ਼ਮ ਕਹਿੰਦੇ ਨੇ, ਕਿ ਪਹਿਲੇ ਅਸੀਂ ਕਹਿ ਰਹੇ ਸੀ ਕਿ ਹਿਊਮਨਸ ਜਿਹੜੇ ਨੇ ਉਹ ਸੁਪੀਰੀਅਰ ਨੇ ਹੋਰ ਐਨੀਮਲਸ ਤੇ ਹੋਰ ਫਾਰਮਸ ਆਫ ਨੇਚਰ ਦੇ, ਪਰ ਹੁਣ ਇਹ ਹੈ ਕਿ ਹੋਰ ਜਿਹੜੇ ਹਿਊਮਨਸ ਵੀ ਇਕੁਅਲ ਨੇ, ਤੇ ਉਹਨਾਂ ਦੀ ਤੇ ਜਿਹੜੇ ਨਾਨ ਹਿਊਮਨ ਕੰਪੋਨੈਂਟਸ ਨੇ ਉਹਨਾਂ ਤੇ ਵੀ ਇਕੁਅਲੀ ਸਾਨੂੰ ਤਵੱਜੋ ਦੇਣੀ ਪਏਗੀ। ਹਾਂਜੀ ਸਰ, ਚਲੋ ਬਹੁਤ ਵਧੀਆ ਰਿਹਾ। Finally, I think we have come towards the end of this engaging session, and I will now propose the formal vote of thanks.
So I'll start with Professor Nadia Singh. I would like to thank her for sparing her time to be with us and sharing her thoughts on agroecology and the possibilities it has for agriculture across the world. And I would also like to thank Professor Arvind, who has always been a great support for us here at Center for Diaspora Studies, Punjab University. And then I would also like to thank Professor Gurmukh Singh, Director, Center for Diaspora Studies, who has been the inspiration behind all this. And finally, I would like to thank myself also for some effort. Okay. Thanks a lot.